Hello students, welcome to all. Today we are going to discuss about chapter 2 Law of Forces. Students, ਅੱਜ ਆਪਾਂ ਇਸ ਵੀਡੀਓ ਲੈਕਚਰ ਦੇ ਵਿੱਚ ਫੋਰਸ ਅਤੇ ਫੋਰਸ ਸਿਸਟਮ ਦੇ ਬਾਰੇ ਡਿਸਕਸ ਕਰਾਂਗੇ। ਸਟੂਡੈਂਟਸ, ਫੋਰਸ ਅਤੇ ਫੋਰਸ ਸਿਸਟਮ ਜੋ ਟੌਪਿਕ ਹੈ ਇਹ ਅਪਲਾਈਡ ਮਕੈਨਿਕਸ ਅਤੇ ਸਟਰੈਂਥ ਆਫ ਮਟੀਰੀਅਲ ਸਬਜੈਕਟ ਦੇ ਵਾਸਤੇ ਬਹੁਤ ਹੀ ਜ਼ਿਆਦਾ ਯੂਸਫੁਲ ਹੈ। ਸੋ ਆਪਾਂ ਨੂੰ ਇਹਨਾਂ ਦੀ ਨੌਲੇਜ ਹੋਣਾ ਬਹੁਤ ਹੀ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਆਪਾਂ ਇਸ ਵੀਡੀਓ ਲੈਕਚਰ ਦੇ ਵਿੱਚ ਕਿਹੜੇ-ਕਿਹੜੇ ਟੌਪਿਕ ਕਵਰ ਕਰਾਂਗੇ। ਸੋ ਸਭ ਤੋਂ ਪਹਿਲਾ ਟੌਪਿਕ ਹੈ ਡੈਫੀਨੇਸ਼ਨ ਆਫ ਫੋਰਸ। ਸੈਕਿੰਡ ਹੈ ਮੈਜਰਮੈਂਟ ਆਫ ਫੋਰਸ ਇਨ SI ਯੂਨਿਟਸ। ਥਰਡ ਹੈ ਇਫੈਕਟਸ ਐਂਡ ਕਰੈਕਟਰਿਸਟਿਕਸ ਆਫ ਫੋਰਸ। फोर्थ है द प्रिंसिपल ऑफ ट्रांसमिसिबिलिटी। फिफ्थ है रिप्रेजेंटेशन ऑफ फोर्स। सिक्स्थ है फोर्स सिस्टम। सेवंथ है क्लासिफिकेशन ऑफ फोर्स सिस्टम। सो जो ये 7 टॉपिक है आप इस वीडियो लेक्चर ਦੇ ਵਿੱਚ अच्छी तरह एक्सप्लेन करांगे। सो लेट अस स्टार्ट। सो आवर फर्स्ट टॉपिक इज व्हाट इज फोर्स। फोर्स की है स्टूडेंट्स, जो ਅੱਜ ਤੱਕ ਆਪਾਂ ਕਲਾਸਿਸ ਦੇ ਵਿੱਚ ਪੜਿਆ ਹੁੰਦਾ ਹੈ, फोर्स इज पुश और पुल। किसी चीज़ ਨੂੰ ਧੱਕਣਾ ਜਾਂ ਖਿੱਚਣਾ ਫੋਰਸ ਹੈ। ਲੇਕਿਨ ਸਟੂਡੈਂਟਸ ਇਹ ਜੋ ਡੈਫੀਨੇਸ਼ਨ ਹੈ ਇਹ ਡੈਫੀਨੇਸ਼ਨ ਇਨਕੰਪਲੀਟ ਡੈਫੀਨੇਸ਼ਨ ਹੈ, ਕਿਉਂਕਿ ਇਸ ਦੇ ਨਾਲ ਜੋ ਫੋਰਸ ਦਾ ਮੀਨਿੰਗ ਹੈ ਕਲੀਅਰ ਨਹੀਂ ਹੁੰਦਾ। ਆਪਾਂ ਜੋ ਹਾਇਰ ਕਲਾਸਿਸ ਦੇ ਵਾਸਤੇ ਜੋ ਡੈਫੀਨੇਸ਼ਨ ਕਰਨੀ ਹੈ ਉਹ ਹੈ ਇਸ ਤਰ੍ਹਾਂ। ਆਪਾਂ ਜੋ ਇਸ ਡੈਫੀਨੇਸ਼ਨ ਦੇ ਵਿੱਚ ਫੋਰਸ ਦਾ ਜੋ ਇਫੈਕਟ ਹੋਏਗਾ ਉਹ ਵੀ ਇਨਕਲੂਡ ਕਰਾਂਗੇ। ਸੋ ਫੋਰਸ ਇਜ਼ ਐਨੀ ਐਕਸਟਰਨਲ ਐਫਰਟ ਇਨ ਦ ਫਾਰਮ ਆਫ ਪੁੱਲ ਔਰ ਪੁਸ਼ that change or tend to change the state of rest or motion or dimensions of the body। ਇਸ ਦਾ ਕੀ ਮੀਨਿੰਗ ਹੈ, ਅਗਰ ਆਪਾਂ ਕਿਸੇ ਚੀਜ਼ ਤੇ ਕੋਈ ਐਫਰਟ ਲਗਾਵਾਂਗੇ ਤਾਂ ਉਸ ਐਫਰਟ ਦੇ ਕਾਰਨ ਅਗਰ ਉਸ ਆਬਜੈਕਟ ਦੀ ਸਟੇਟ ਆਫ ਰੈਸਟ ਚੇਂਜ ਹੋ ਜਾਂਦੀ ਹੈ ਇਨਟੂ ਮੋਸ਼ਨ, ਜਾਂ ਕੋਈ ਮੋਸ਼ਨ ਦੇ ਵਿੱਚ ਬੋਡੀ ਹੈ ਉਹ ਰੈਸਟ ਦੇ ਵਿੱਚ ਆ ਜਾਂਦੀ ਹੈ, ਜਾਂ ਉਸ ਬੋਡੀ ਦੇ ਡਾਈਮੈਂਸ਼ਨਸ ਚੇਂਜ ਹੋ ਜਾਂਦੇ ਆ, ਤਾਂ ਆਪਾਂ ਕਹਾਂਗੇ ਉਸ ਬੋਡੀ ਤੇ ਫੋਰਸ ਲੱਗ ਰਹੀ ਹੈ। ਆਪਾਂ ਇਸ ਨੂੰ ਇਸ ਦੀ ਫਰਦਰ ਐਗਜ਼ਾਮਪਲਸ ਦੇ ਥਰੂ ਐਕਸਪਲੇਨ ਕਰਦੇ ਹਾਂ। ਇਸ ਦੇ ਵਿੱਚ ਕੀ ਹੈ, ਇੱਕ ਪਲੇਅਰ ਫੁੱਟਬਾਲ ਨੂੰ ਕਿਕ ਕਰ ਰਿਹਾ, ਜਾਂ ਆਪਾਂ ਕਹਿ ਸਕਦੇ ਹਾਂ ਫੁੱਟਬਾਲ ਨੂੰ ਪੁਸ਼ ਕਰ ਰਿਹਾ। ਜਦੋਂ ਇਹ ਪਲੇਅਰ ਫੁੱਟਬਾਲ ਨੂੰ ਕਿਕ ਕਰੇਗਾ ਤਾਂ ਜੋ ਫੁੱਟਬਾਲ ਹੈ ਰੈਸਟ ਤੋਂ ਮੋਸ਼ਨ ਦੇ ਵਿੱਚ ਆ ਜਾਏਗੀ, ਤਾਂ ਆਪਾਂ ਕਹਿ ਸਕਦੇ ਹਾਂ ਇਸ ਫੁੱਟਬਾਲ ਤੇ ਫੋਰਸ ਲੱਗ ਗਈ। ਸੈਕਿੰਡ ਐਗਜ਼ਾਮਪਲ ਦੇ ਵਿੱਚ ਕੀ ਹੈ, ਇੱਕ ਪਰਸਨ ਜੋ ਹੈ ਆਪਣੇ ਬਹੁਤ ਵੱਡੇ ਸਟੋਨ ਤੇ ਇੱਕ ਫੋਰਸ ਲਗਾ ਰਿਹਾ, ਲੇਕਿਨ ਆਪਾਂ ਨੂੰ ਪਤਾ ਹੈ ਇਹ ਸਟੋਨ ਹੈ ਜੋ ਮੂਵ ਨਹੀਂ ਕਰੇਗਾ। ਸੋ ਲੇਕਿਨ ਹੀ ਟੈਂਡਸ ਟੂ ਚੇਂਜ ਇਟਸ ਪੋਜੀਸ਼ਨ, ਉਹ ਪੱਥਰ ਦੀ ਪੋਜੀਸ਼ਨ ਚੇਂਜ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਵੀ ਆਪਾਂ ਇਸ ਨੂੰ ਕਹਾਂਗੇ ਇਹ ਪਰਸਨ ਇਸ ਪੱਥਰ ਤੇ ਫੋਰਸ ਲਗਾ ਰਿਹਾ। ਉਸ ਤੋਂ ਬਾਅਦ ਹੈ ਇਸ ਐਗਜ਼ਾਮਪਲ ਦੇ ਵਿੱਚ ਅਗਰ ਮੰਨ ਲਓ ਆਪਾਂ ਐਕਸਟਰਨਲ ਫੋਰਸ ਐਫਰਟ ਲਗਾਈ, ਉਸ ਐਫਰਟ ਦੇ ਕਾਰਨ ਉਸ ਆਬਜੈਕਟ ਦਾ ਸਾਈਜ਼ ਵੀ ਚੇਂਜ ਹੋ ਰਿਹਾ, ਤਾਂ ਵੀ ਆਪਾਂ ਕਹਾਂਗੇ ਇਸ ਆਬਜੈਕਟ ਤੇ ਫੋਰਸ ਲੱਗ ਰਹੀ ਹੈ। ਸੋ ਇਸ ਦੇ ਨਾਲ ਆਈ ਥਿੰਕ ਫੋਰਸ ਦਾ ਜੋ ਡੈਫੀਨੇਸ਼ਨ ਹੈ, ਮੀਨਿੰਗ ਹੈ, ਉਹ ਕਲੀਅਰ ਹੋ ਗਿਆ ਹੋਵੇਗਾ। ਆਪਾਂ ਜੋ ਹੁਣ ਫੋਰਸ ਦੀ ਡੈਫੀਨੇਸ਼ਨ ਹੈ ਆਪਾਂ ਨਿਊਟਨ ਦੇ ਸੈਕਿੰਡ ਲਾ ਦੇ ਅਕੋਰਡਿੰਗ ਦੇਖਦੇ ਹਾਂ। ਨਿਊਟਨ ਦੇ ਸੈਕਿੰਡ ਲਾ ਦੇ ਅਕੋਰਡਿੰਗ ਕੀ ਸੀ, the rate of change of momentum is directly proportional to the applied force। ਜਿਵੇਂ ਜਿਵੇਂ ਕਿਸੇ ਬੋਡੀ ਤੇ ਲੱਗ ਰਿਹਾ ਮੋਮੈਂਟਮ ਚੇਂਜ ਹੋਏਗਾ, ਉਸੇ ਤਰ੍ਹਾਂ ਉਸ ਬੋਡੀ ਤੇ ਲੱਗ ਰਹੀ ਫੋਰਸ ਵੀ ਚੇਂਜ ਹੋਏਗੀ। ਇਸ ਸਟੇਟਮੈਂਟ ਦੀ ਜੋ ਐਕਸਪਲੇਨੇਸ਼ਨ ਹੈ ਆਪਾਂ ਨੈਕਸਟ ਸਲਾਈਡ ਦੇ ਵਿੱਚ ਅੱਛੀ ਤਰ੍ਹਾਂ ਦੇਖਦੇ ਹਾਂ। ਸੋ ਨਿਊਟਨ ਦੇ ਸੈਕਿੰਡ ਲਾ ਤੋਂ ਸਾਨੂੰ ਇੱਕ ਫਾਰਮੂਲਾ ਮਿਲਦਾ ਹੈ F = ma, ਫੋਰਸ = ਮਾਸ ਇਨਟੂ ਐਕਸੀਲਰੇਸ਼ਨ। ਸੋ ਇਸ ਫਾਰਮੂਲੇ ਦੀ ਡੈਰੀਵੇਸ਼ਨ ਵੀ ਅਸੀਂ ਨੈਕਸਟ ਸਲਾਈਡ ਦੇ ਵਿੱਚ ਦੇਖਦੇ ਹਾਂ। ਮੈਜਰਮੈਂਟ ਆਫ ਫੋਰਸ ਇਨ SI ਯੂਨਿਟਸ, ਇਸ ਨੂੰ ਇੱਕ ਐਗਜ਼ਾਮਪਲ ਦੇ ਥਰੂ ਅਸੀਂ ਸਮਝਦੇ ਹਾਂ। ਆਪਣੇ ਕੋਲ ਮੰਨ ਲਓ ਇੱਕ ਕਾਟ ਹੈ, ਓਕੇ। ਇਸ ਦੇ ਵਿੱਚ ਕੀ ਹੈ, ਇੱਕ ਮਾਸ ਹੈ m ਮਾਸ ਦਾ ਵਿੱਚ ਕੋਈ ਆਬਜੈਕਟ ਹੈ। ਇਸ ਦੇ ਵਿੱਚ ਤੋਂ ਸ਼ੁਰੂਆਤ ਵਿੱਚ ਇਹ ਮੂਵ ਕਰ ਰਹੀ ਸੀ ਬੋਡੀ, ਜੋ ਆਬਜੈਕਟ ਹੈ ਇਹ ਮੂਵ ਕਰ ਰਹੀ ਸੀ ਬੋਡੀ u ਵੈਲੋਸਿਟੀ ਦੇ ਨਾਲ। ਆਪਾਂ t ਸੈਕਿੰਡ ਦੇ ਲਈ ਆਪਾਂ ਇਸ ਤੇ ਇੱਕ ਫੋਰਸ ਲਗਾਉਣੇ ਹੈ F ਫੋਰਸ, ਤਾਂ ਉਸ ਦੀ ਵੈਲੋਸਿਟੀ ਕੀ ਇੰਕਰੀਜ਼ ਕਰ ਜਾਂਦੀ ਹੈ u ਤੋਂ v, ਓਕੇ। ਸੋ ਆਪਾਂ ਨੂੰ ਪਤਾ ਹੈ ਮੋਮੈਂਟਮ ਕੀ ਹੁੰਦਾ, ਮਾਸ ਇਨਟੂ ਵੈਲੋਸਿਟੀ। ਸੋ ਇਨੀਸ਼ੀਅਲ ਮੋਮੈਂਟਮ ਬੋਡੀ ਦਾ ਕੀ ਸੀ, ਜਦੋਂ ਫੋਰਸ ਨਹੀਂ ਲੱਗੀ ਸੀ ਉਸ ਟਾਈਮ ਤੇ, ਪਹਿਲਾਂ ਕੀ ਸੀ, ਮਾਸ ਇਨਟੂ ਇਨੀਸ਼ੀਅਲ ਵੈਲੋਸਿਟੀ। ਇਨੀਸ਼ੀਅਲ ਵੈਲੋਸਿਟੀ ਕੀ ਸੀ, u। ਸੋ ਮੋਮੈਂਟਮ ਕੀ ਆ ਗਿਆ, m ਇਨਟੂ u। ਫਾਈਨਲ ਮੋਮੈਂਟਮ ਆਫਟਰ t ਸੈਕਿੰਡ ਕੀ ਹੋਏਗਾ, m ਇਨਟੂ ਫਾਈਨਲ ਵੈਲੋਸਿਟੀ। ਫਾਈਨਲ ਵੈਲੋਸਿਟੀ ਕੀ ਸੀ, v। ਸੋ ਫਾਈਨਲ ਮੋਮੈਂਟਮ ਕੀ ਆ ਗਿਆ, m ਇਨਟੂ v। ਚੇਂਜ ਆਫ ਮੋਮੈਂਟਮ ਇਨ t ਸੈਕਿੰਡਸ = mv - mu। ਚੇਂਜ ਕਿੰਨਾ ਹੋਇਆ ਮੋਮੈਂਟਮ ਦੇ ਵਿੱਚ, ਫਾਈਨਲ ਮਾਈਨਸ ਇਨੀਸ਼ੀਅਲ ਹੋ ਜਾਏਗਾ, ਸੋ mv - mu। ਰੇਟ ਆਫ ਚੇਂਜ ਆਫ ਮੋਮੈਂਟਮ ਕੀ ਹੈ, mv - mu/dt। ਟਾਈਮ ਦੇ ਨਾਲ ਕਿਸ ਤਰ੍ਹਾਂ ਚੇਂਜ ਕਰ ਰਹੇ ਹੈ ਉਸ ਨੂੰ ਆਪਾਂ ਰੇਟ ਆਫ ਚੇਂਜ ਕਹਿ ਦਿੰਦੇ ਹਾਂ, ਤਾਂ ਇਸ ਲਈ ਆਪਾਂ ਨੂੰ ਟਾਈਮ ਦੇ ਨਾਲ ਡਿਵਾਈਡ ਕਰ ਦਿੰਦੇ ਹਾਂ। ਇਸ ਤੋਂ ਬਾਅਦ ਆਪਾਂ ਇਸ ਇਕੁਏਸ਼ਨ ਦੇ ਵਿੱਚੋਂ ਆਪਾਂ m ਮਾਸ ਜੋ ਹੈ ਕਾਮਨ ਲੈ ਲਿਆ, ਸੋ ਇਸ ਦੇ ਵਿੱਚ ਬ੍ਰੈਕਟ ਦੇ ਵਿੱਚ ਰਹਿ ਗਿਆ v - u/dt। ਆਪਾਂ ਨੂੰ ਪਤਾ ਹੈ
ਚੇਂਜ ਇਨ ਵੈਲੋਸਿਟੀ ਪਰ ਯੂਨਿਟ ਟਾਈਮ ਕੀ ਹੁੰਦਾ ਹੈ? ਐਕਸੀਲਰੇਸ਼ਨ। ਸੋ ਇਸ ਦੇ ਪੂਰੇ ਦੀ ਜਗ੍ਹਾ ਆਪਾਂ ਲਿਖ ਸਕਦੇ ਹਾਂ ਐਕਸੀਲਰੇਸ਼ਨ। ਇਹ ਆ ਗਿਆ m into a। ਸੋ ਆਪਾਂ ਨੂੰ ਇਸ ਰੇਟ ਆਫ ਚੇਂਜ ਆਫ ਮੋਮੈਂਟਮ ਮਿਲ ਗਿਆ ਆਪਣੇ ਕੋਲ m into ਐਕਸੀਲਰੇਸ਼ਨ। ਲੇਕਿਨ ਬਟ ਅਕੋਰਡਿੰਗ ਟੂ ਨਿਊਟਨ ਸੈਕਿੰਡ ਲਾ ਆਫ ਮੋਸ਼ਨ ਆਪਾਂ ਨੂੰ ਪਤਾ ਹੈ ਰੇਟ ਆਫ ਚੇਂਜ ਆਫ ਮੋਮੈਂਟਮ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫੋਰਸ। ਜੋ ਆਪਾਂ ਸਟੇਟਮੈਂਟ ਪੜ੍ਹੀ ਸੀ ਇਸ ਤੋਂ ਪਹਿਲਾਂ ਸਲਾਈਡ ਦੇ ਵਿੱਚ, ਉਸਦੇ ਅਕੋਰਡਿੰਗ ਕੀ ਸੀ? ਰੇਟ ਆਫ ਚੇਂਜ ਆਫ ਮੋਮੈਂਟਮ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫੋਰਸ। ਸੋ ਫੋਰਸ ਕਿਹਦੇ ਬਰਾਬਰ ਆ ਜਾਏਗੀ? ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗੀ ਮਾਸ ਇਨਟੂ ਐਕਸਲਰੇਸ਼ਨ, ਕਿਉਂਕਿ ਰੇਟ ਆਫ ਚੇਂਜ ਆਫ ਮੋਮੈਂਟਮ ਆਪਣੇ ਕੋਲ ਉਸ ਦੀ ਵੈਲਿਊ ਹੈ m into a। ਆਪਾਂ ਇਸ ਦੇ ਵਿੱਚ ਪੁੱਟ ਕਰਾਂਗੇ ਤਾਂ ਫੋਰਸ ਡਾਇਰੈਕਟਲੀ ਪ੍ਰੋਪੋਰਸ਼ਨਲ ਰਹਿ ਜਾਏਗੀ m into a। ਸੋ ਉਸ ਤੋਂ ਬਾਅਦ ਆਪਾਂ ਅਗਰ ਡਾਇਰੈਕਟਲੀ ਪ੍ਰੋਪੋਰਸ਼ਨਲ ਸਾਈਨ ਹਟਾਉਣੇ ਆ, ਜਿਵੇਂ ਆਪਾਂ ਨੂੰ ਪਹਿਲਾਂ ਪਤਾ ਹੀ ਹੈ, ਤਾਂ ਇਸ ਦੀ ਜਗ੍ਹਾ ਤੇ ਆਪਾਂ ਇੱਕ ਕਨਸਟੈਂਟ ਦਾ ਸਾਈਨ ਆ ਜਾਂਦਾ ਹੈ ਇਜ਼ ਇਕੁਅਲ ਟੂ k into ma। k ਕੀ ਹੈ? ਇੱਕ ਕਨਸਟੈਂਟ ਹੈ। ਕਨਸਟੈਂਟ ਦੀ ਵੈਲਿਊ ਫਾਈਂਡ ਆਊਟ ਕਰਨ ਲਈ ਆਪਾਂ m ਦੀ ਵੈਲਿਊ ਪੁੱਟ ਇੱਕ ਕਰ ਦਾਂਗੇ, ਐਕਸਲਰੇਸ਼ਨ ਦੀ ਵੈਲਿਊ ਪੁੱਟ ਇੱਕ ਕਰ ਦਾਂਗੇ, ਔਰ ਫੋਰਸ ਦੀ ਵੈਲਿਊ ਇੱਕ ਪੁੱਟ ਕਰ ਦਾਂਗੇ। ਸੋ ਇਸ ਤੋਂ ਆਪਾਂ ਨੂੰ ਕੀ ਵੈਲਿਊ ਮਿਲ ਜਾਏਗੀ? k ਦੀ ਵੈਲਿਊ ਕੀ ਆ ਜਾਏਗੀ? 1। ਸੋ ਫਾਈਨਲ ਆਪਣੇ ਕੋਲ ਜੋ ਇਕੁਏਸ਼ਨ ਮਿਲਦੀ ਹੈ ਫੋਰਸ ਦੀ ਉਹ ਹੈ F is equal to ma। फोर्स इज इक्वल टू मास इनटू एक्सेलरेशन। ये जो इक्वेशन है ये हैगी फंडामेंटल इक्वेशन, जिस तो ਆਪਾਂ ਨੂੰ ਕੋਈ ਵੀ ਫੋਰਸ ਦੀ ਮੈਜ਼ਰਮੈਂਟ ਕਰਨੀ ਹੈ ਆਪਾਂ ਇਸ ਇਕੁਏਸ਼ਨ ਤੋਂ ਕਰ ਸਕਦੇ ਹਾਂ। ਨੈਕਸਟ ਹੈ ਯੂਨਿਟਸ ਆਫ ਫੋਰਸ। ਫੋਰਸ ਨੂੰ ਆਪਾਂ ਕਿਸ ਤਰ੍ਹਾਂ ਮੈਜ਼ਰ ਕਰਨਾ ਹੈ, ਕਿਹੜੀ ਯੂਨਿਟਸ ਹੈ, ਅਲੱਗ-ਅਲੱਗ ਸਿਸਟਮ ਦੇ ਅਕੋਰਡਿੰਗ ਕੀ ਯੂਨਿਟਸ ਹੈ ਆਪਾਂ ਇਸ ਦੇ ਵਿੱਚ ਦੇਖਦੇ ਹਾਂ। ਇਨ ਸੀਜੀਐਸ ਸਿਸਟਮ ਦਾ ਯੂਨਿਟ ਆਫ ਫੋਰਸ ਇਜ਼ ਡਾਈਨ। ਸੀਜੀਐਸ ਸਿਸਟਮ ਦੇ ਵਿੱਚ ਫੋਰਸ ਦੀ ਯੂਨਿਟ ਹੈ ਡਾਈਨ। ਸੀਜੀਐਸ ਦੇ ਵਿੱਚ ਕੀ ਸੀ? ਆਪਾਂ ਲੈਂਥ ਨੂੰ ਮੇਜ਼ਰ ਕਰਦੇ ਸੀ ਆਪਾਂ ਸੈਂਟੀਮੀਟਰ ਦੇ ਵਿੱਚ, ਔਰ ਮਾਸ ਨੂੰ ਮੇਜ਼ਰ ਕਰਦੇ ਸੀ ਗ੍ਰਾਮ ਦੇ ਵਿੱਚ, ਔਰ ਟਾਈਮ ਨੂੰ ਮੇਜ਼ਰ ਕਰਦੇ ਸੀ ਸੈਕਿੰਡ ਦੇ ਵਿੱਚ। ਸੋ ਇਸ ਦੀ ਪਹਿਲਾਂ ਡੈਫੀਨੇਸ਼ਨ ਦੇਖ ਲੈਂਦੇ ਆ। ਇਟ ਮੇ ਬੀ ਡਿਫਾਈਨਡ ਐਸ that force which acting on a mass of 1 gram, 1 ग्राम ਤੇ ਫੋਰਸ ਲੱਗ ਰਹੀ ਹੋਵੇਗੀ, produces an acceleration of 1 centimeter per second square। ਜੋ ਐਕਸਲਰੇਸ਼ਨ ਪ੍ਰੋਡਿਊਸ ਕਰੇਗੀ ਉਹ ਕੀ ਹੋਏਗੀ? 1 ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਇਸ ਨੂੰ ਆਪਾਂ ਐਗਜ਼ਾਮਪਲ ਦੇ ਥਰੂ ਦੇਖਦੇ ਹਾਂ। ਆਪਣੇ ਕੋਲ ਹੈ ਕੋਈ ਬੋਡੀ ਹੈ, ਉਸਦਾ ਮਾਸ ਹੈ 1 ਗ੍ਰਾਮ। ਇਹ ਬੋਡੀ ਮੂਵ ਕਰ ਰਹੀ ਹੈ, ਐਕਸਲਰੇਸ਼ਨ ਹੈ ਇਸ ਦੀ ਬੋਡੀ ਦੀ 1 ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਸੋ ਅਗਰ ਕਿਸੇ ਬੋਡੀ ਦਾ ਜਿਸ ਦਾ ਮਾਸ ਹੋਏਗਾ 1 ਗ੍ਰਾਮ ਔਰ ਉਸਦੀ ਐਕਸਲਰੇਸ਼ਨ ਹੋਏਗੀ 1 ਸੈਂਟੀਮੀਟਰ ਪਰ ਸੈਕਿੰਡ ਸਕੁਅਰ, ਤਾਂ ਆਪਾਂ ਕਹਿ ਸਕਦੇ ਹਾਂ ਉਸ ਬੋਡੀ ਤੇ ਜੋ ਫੋਰਸ ਲੱਗ ਰਹੀ ਹੋਏਗੀ 1 ਡਾਈਨ ਦੀ ਫੋਰਸ ਲੱਗ ਰਹੀ ਹੋਏਗੀ। ਸੋ ਇਹ ਹੈ ਡਾਈਨ ਦੀ ਡੈਫੀਨੇਸ਼ਨ। ਨੈਕਸਟ ਆਪਣੇ ਕੋਲ MKS ਔਰ ਐਸਏ ਸਿਸਟਮ ਦੇ ਵਿੱਚ ਫੋਰਸ ਦੀ ਯੂਨਿਟਸ ਕੀ ਹੋਣਗੀਆਂ? MKS ਔਰ ਐਸਏ ਸਿਸਟਮ ਦੇ ਵਿੱਚ ਫੋਰਸ ਦੀ ਯੂਨਿਟਸ ਹੈ ਨਿਊਟਨ। ਇਸ ਨੂੰ ਆਪਾਂ ਕੈਪੀਟਲ ਐਨ ਦੇ ਨਾਲ ਹੀ ਰਿਪਰੈਜ਼ੈਂਟ ਕਰਦੇ ਹਾਂ, ਕਿਉਂਕਿ ਨਿਊਟਨ ਦੇ ਸੈਕਿੰਡ ਲਾ ਤੋਂ ਹੀ ਆਪਾਂ ਨੂੰ ਜੋ ਫੋਰਸ ਦੀ ਮੈਜ਼ਰਮੈਂਟ ਮਿਲਦੀ ਹੈ, ਤਾਂ ਕਰਕੇ ਆਪਾਂ ਇਹਨਾਂ ਦੇ ਨਾਮ ਤੇ ਹੀ ਇਸ ਦੀ ਯੂਨਿਟਸ ਰੱਖਦੇ ਹਾਂ। 1 ਨਿਊਟਨ ਦੀ ਵੈਲਿਊ ਕੀ ਹੋਏਗੀ? 1 ਨਿਊਟਨ ਇਜ਼ that force which acting on a mass of 1 kilogram produces an acceleration of 1 meter per second square। ਇਸ ਦਾ ਕੀ ਮੀਨਿੰਗ ਹੈ? ਅਗਰ ਕਿਸੇ ਬੋਡੀ ਦਾ ਮਾਸ ਹੈ 1 ਕਿਲੋਗ੍ਰਾਮ ਔਰ ਉਹ ਬੋਡੀ ਮੂਵ ਕਰ ਰਹੀ ਹੈ 1 ਮੀਟਰ ਪਰ ਸੈਕਿੰਡ ਸਕੁਅਰ ਦੇ ਨਾਲ, ਤਾਂ ਉਸ ਤੇ ਫੋਰਸ ਜੋ ਲੱਗ ਰਹੀ ਹੋਵੇਗੀ 1 ਨਿਊਟਨ ਦੀ ਫੋਰਸ ਲੱਗ ਰਹੀ ਹੋਏਗੀ। ਇਸ ਨੂੰ ਆਪਾਂ ਇਸ ਫਿਗਰ ਦੇ ਜ਼ਰੀਏ ਵੀ ਸਮਝ ਸਕਦੇ ਹਾਂ। ਆਪਣੇ ਕੋਲ ਬੋਡੀ ਹੈ ਕੋਈ, ਇਸ ਦਾ ਮਾਸ ਹੈ 1 ਕਿਲੋਗ੍ਰਾਮ ਔਰ ਇਹ ਬੋਡੀ ਮੂਵ ਕਰ ਰਹੀ ਹੈ, ਐਕਸਲਰੇਸ਼ਨ ਇਸ ਬੋਡੀ ਦੀ ਇਜ਼ ਇਕੁਅਲ ਟੂ 1 ਮੀਟਰ ਪਰ ਸੈਕਿੰਡ ਸਕੁਅਰ। ਸੋ ਇਸ ਬੋਡੀ ਤੇ ਜੋ ਫੋਰਸ ਲੱਗ ਰਹੀ ਹੋਏਗੀ 1 ਨਿਊਟਨ ਦੀ ਫੋਰਸ ਹੋਏਗੀ। ਇਸ ਤੋਂ ਬਾਅਦ ਅਗਰ ਆਪਾਂ 1 ਨਿਊਟਨ ਨੂੰ ਡਾਈਨ ਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ? ਆਪਾਂ ਨੂੰ ਪਤਾ ਹੈ ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ। ਫੋਰਸ ਦੀ ਵੈਲਿਊ ਆਪਾਂ ਨੂੰ ਪਤਾ 1 ਨਿਊਟਨ ਹੈ, ਔਰ ਮਾਸ ਦੀ ਵੈਲਿਊ ਹੈ 1 kg, ਔਰ ਐਕਸਲਰੇਸ਼ਨ ਦੀ ਵੈਲਿਊ ਹੈ 1 ਮੀਟਰ ਪਰ ਸੈਕਿੰਡ ਸਕੁਅਰ। 1 kg ਦੀ ਜਗ੍ਹਾ ਤੇ ਅਸੀਂ 1000 ਗ੍ਰਾਮ ਵੀ ਲਿਖ ਸਕਦੇ ਹਾਂ। ਓਕੇ, 1 ਮੀਟਰ ਦੀ ਜਗ੍ਹਾ ਤੇ ਅਸੀਂ ਲਿਖ ਸਕਦੇ ਹਾਂ 100 ਸੈਂਟੀਮੀਟਰ। ਸੋ ਇਸ ਦੇ ਵਿੱਚ ਆਪਾਂ 50 ਹੈ ਤਾਂ ਇਸ ਦੀ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ 10 raised to power 5 ਜੋ ਗ੍ਰਾਮ ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਓਕੇ, ਸੋ ਗ੍ਰਾਮ ਸੈਂਟੀਮੀਟਰ ਪਰ ਸੈਕਿੰਡ ਸਕੁਅਰ ਹੈ, ਉਸ ਦੀ ਵੈਲਿਊ ਕੀ ਹੁੰਦੀ ਹੈ? ਡਾਈਨਸ। ਆਪਾਂ ਨੂੰ ਪਤਾ ਹੈ 10 raised to power 5 ਉਸੇ ਤਰ੍ਹਾਂ ਹੀ ਰਹਿ ਗਿਆ। ਸੋ ਨੈਟ ਆਪਣੇ ਕੋਲ ਵੈਲਿਊ ਆ ਗਈ 1 ਨਿਊਟਨ ਦੀ। 1 ਨਿਊਟਨ ਇਜ਼ ਇਕੁਅਲ ਟੂ 10 raised to power 5 ਡਾਈਨਸ। ਸੋ ਨੈਕਸਟ ਟੌਪਿਕ ਹੈ ਫੋਰਸ ਇਨ ਗ੍ਰੈਵੀਟੇਸ਼ਨਲ ਯੂਨਿਟਸ। ਕਈ ਵਾਰੀ ਅਸੀਂ ਫੋਰਸ ਨੂੰ ਗ੍ਰੈਵੀਟੇਸ਼ਨਲ ਯੂਨਿਟਸ ਦੀ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ। ਸੋ ਆਪਾਂ ਇਹਦੇ ਵਿੱਚ ਦੇਖਾਂਗੇ ਗ੍ਰੈਵੀਟੇਸ਼ਨਲ ਯੂਨਿਟਸ ਦੀ ਫਾਰਮ ਦੇ ਵਿੱਚ ਕਿਸ ਤਰ੍ਹਾਂ ਲਿਖਦੇ ਹਾਂ। ਸਭ ਤੋਂ ਪਹਿਲਾਂ ਦੇਖਾਂਗੇ ਇਨ ਸੀਜੀਐਸ ਸਿਸਟਮ ਦੇ ਵਿੱਚ ਆਪਾਂ ਕਿਸ ਤਰ੍ਹਾਂ ਲਿਖਾਂਗੇ। ਇਨ ਸੀਜੀਐਸ ਸਿਸਟਮ ਦੇ ਵਿੱਚ ਕੀ ਹੈ? ਗ੍ਰੈਵੀਟੇਸ਼ਨਲ ਯੂਨਿਟ ਆਫ ਫੋਰਸ ਕੀ ਹੈ? ਗ੍ਰਾਮ ਫੋਰਸ ਔਰ ਗ੍ਰਾਮ ਵੇਟ। ਸੋ ਅਗਰ ਗ੍ਰਾਮ ਫੋਰਸ ਨੂੰ ਅਸੀਂ ਡਾਈਨਸ ਦੇ ਵਿੱਚ ਕਨਵਰਟ ਕਰਨਾ ਹੋਵੇ, ਡਾਈਨਸ ਆਪਾਂ ਨੂੰ ਪਤਾ ਸੀਜੀਐਸ ਸਿਸਟਮ ਦੇ ਹੀ ਯੂਨਿਟਸ ਹੈ, ਤਾਂ ਇਸ ਗ੍ਰੈਵੀਟੇਸ਼ਨਲ ਯੂਨਿਟਸ ਤੋਂ ਅਸੀਂ ਸੀਜੀਐਸ ਸਿਸਟਮ ਦੇ ਵਿੱਚ ਲੈ ਕੇ ਜਾਣਾ ਹੋਵੇ ਤਾਂ ਕਿਸ ਤਰ੍ਹਾਂ ਲੈ ਕੇ ਜਾ ਸਕਦੇ ਹਾਂ? 1 ਗ੍ਰਾਮ ਫੋਰਸ, 1 ਗ੍ਰਾਮ ਫੋਰਸ ਜੋ ਇਸ ਵਿੱਚ ਐਫ ਹੈ, ਐਫ ਦੀ ਵੈਲਿਊ ਕੀ ਹੋਏਗੀ ਸੀਜੀਐਸ ਸਿਸਟਮ ਦੇ ਵਿੱਚ? 9
81 ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਸੋ ਇਸ ਦੇ ਵਿੱਚ ਆਪਾਂ ਐਫ ਦੀ ਜਗ੍ਹਾ ਤੇ ਇੱਥੇ ਇਹ ਲਿਖ ਲਾਂਗੇ 981 ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਓਕੇ, 1 ਗ੍ਰਾਮ ਉਸੇ ਤਰ੍ਹਾਂ ਰਹਿ ਜਾਏਗਾ। ਤਾਂ ਇਸ ਨੂੰ ਜਦੋਂ ਕੈਲਕੂਲੇਟ ਕਰਾਂਗੇ 981 ਆ ਜਾਏਗਾ ਆਪਣੇ ਕੋਲ ਅੱਗੇ। ਸੋ ਗ੍ਰਾਮ ਸੈਂਟੀਮੀਟਰ ਪਰ ਸੈਕਿੰਡ ਸਕੁਅਰ ਜੋ ਹੋਏਗਾ ਆਪਾਂ ਨੂੰ ਪਤਾ ਹੈ ਕਿਹਦੇ ਬਰਾਬਰ ਹੁੰਦਾ ਹੈ, 1 ਡਾਈਨਸ ਦੇ ਬਰਾਬਰ। ਸੋ ਬੇਸਿਕਲੀ 1 ਗ੍ਰਾਮ ਫੋਰਸ ਹੈ 981 ਡਾਈਨ ਦੇ ਬਰਾਬਰ। ਇਸ ਤੋਂ ਬਾਅਦ ਆਪਣੇ ਕੋਲ in MKS system the gravitational unit of force is kilogram force। ਓਕੇ, ਜਾਂ ਇਹਨੂੰ ਕਿਲੋਗ੍ਰਾਮ weight ਦੇ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ। ਅਗਰ ਹੁਣ ਆਪਾਂ ਕਿਲੋਗ੍ਰਾਮ ਫੋਰਸ ਨੂੰ ਨਿਊਟਨ ਦੇ ਵਿੱਚ ਕਨਵਰਟ ਕਰਨਾ ਤਾਂ ਕਿਸ ਤਰ੍ਹਾਂ ਕਰਾਂਗੇ? ਇਸ ਦੇ ਵਿੱਚ ਕੀ ਹੈ 1 kgf ਐਫ ਦੀ ਵੈਲਿਊ MKS ਸਿਸਟਮ ਦੇ ਵਿੱਚ ਕੀ ਹੋਏਗੀ 9.81 ਮੀਟਰ ਪਰ ਸੈਕਿੰਡ ਸਕੁਅਰ। ਸੋ ਇਸ ਵਿੱਚ ਐਫ ਦੀ ਵੈਲਿਊ ਇਸ ਦੇ ਵਿੱਚ ਪੁੱਟ ਕਰਾਂਗੇ ਜਦੋਂ 1 kg ਉਸੇ ਤਰ੍ਹਾਂ ਰਹਿ ਜਾਏਗਾ ਇਨਟੂ 9.81 ਮੀਟਰ ਪਰ ਸੈਕਿੰਡ ਸਕੁਅਰ। ਸੋ ਇਸ ਨੂੰ ਆਪਾਂ ਮਲਟੀਪਲਾਈ ਕਰਾਂਗੇ ਤਾਂ ਆ ਜਾਏਗਾ 9.81 kg ਮੀਟਰ ਪਰ ਸੈਕਿੰਡ ਸਕੁਅਰ। kg ਮੀਟਰ ਪਰ ਸੈਕਿੰਡ ਸਕੁਅਰ ਆਪਾਂ ਨੂੰ ਪਤਾ ਹੈ ਕਿਹਦੇ ਬਰਾਬਰ ਹੁੰਦਾ ਹੈ 1 ਨਿਊਟਨ ਦੇ। तो इसकी जगह पे ਆਪਾਂ ਲਿਖ ਦਾਂਗੇ ਨਿਊਟਨ। ਤਾਂ ਆਪਣੇ ਕੋਲ 1 kgf ਦੀ ਜੋ ਨੈਟ ਵੈਲਿਊ ਹੈਗੀ ਉਹ ਹੈ 9.81 ਨਿਊਟਨ। ਸੋ ਇਹ ਸੀ ਟੌਪਿਕ ਜੋ ਆਪਣੇ ਯੂਨਿਟਸ ਆਫ ਫੋਰਸ। ਇਸ ਤਰ੍ਹਾਂ ਆਪਾਂ ਜੋ ਫੋਰਸ ਦੀਆਂ ਜੋ ਯੂਨਿਟਸ ਹੈ ਲਿਖ ਸਕਦੇ ਹਾਂ। ਸੋ ਨੈਕਸਟ ਟੌਪਿਕ ਹੈ ਇਫੈਕਟਸ ਆਫ ਫੋਰਸ। ਫੋਰਸ ਦੇ ਕੀ ਇਫੈਕਟਸ ਹੋਣਗੇ? ਜਦੋਂ ਕਿਸੇ ਚੀਜ਼ ਤੇ ਕੋਈ ਫੋਰਸ ਲੱਗੇਗੀ ਤਾਂ ਉਸਦੇ ਕੀ ਇਫੈਕਟ ਹੋਣਗੇ? तो सब तो पहला है इट मे चेंज द स्टेट ऑफ रेस्ट और मोशन ऑफ ए बॉडी। जो किसी बॉडी ते फोर्स लगेगी, जो अगर बॉडी वो रेस्ट ते है तो मोशन दे विच आ सकती है, अगर कोई बॉडी मोशन दे विच है तो वो रेस्ट दे विच आ सकती है जो उस ते फोर्स लगेगी। इसनूं आपां इसदे फिगर दे एक्सप्लेन कर सकते हैं। जिवें कि एक प्लेयर है फुटबॉल नूं किक कर रहा है, जो प्लेयर ने फुटबॉल नूं किक कीता तां जो फुटबॉल सी शुरुआत विच रेस्ट दे विच सी, जो किक करता तां फुटबॉल मोशन दे विच आ जाएगी। सो ये है फोर्स दा इफैक्ट। ਨੈਕਸਟ ਹੈ ਆਪਣੇ ਕੋਲ ਸੈਕਿੰਡ ਹੈ ਇਟ ਮੇ ਚੇਂਜ ਦਾ ਡਾਇਰੈਕਸ਼ਨ ਆਫ ਮੋਸ਼ਨ ਆਫ ਏ ਮੂਵਿੰਗ ਬੋਡੀ। ਕੋਈ ਬੋਡੀ ਮੋਸ਼ਨ ਦੇ ਵਿੱਚ ਹੈ ਉਸਦੀ ਡਾਇਰੈਕਸ਼ਨ ਫੋਰਸ ਚੇਂਜ ਕਰ ਸਕਦੀ ਹੈ। ਜਿਵੇਂ ਕਿ ਇਸ ਬੈਟਸਮੈਨ ਕੋਲ ਇੱਕ ਬਾਲ ਆਉਂਦੀ ਹੈ, ਇਸ ਬੈਟਸਮੈਨ ਨੇ ਇਸ ਬਾਲ ਤੇ ਫੋਰਸ ਲਗਾਈ ਤਾਂ ਇਸਦੀ ਡਾਇਰੈਕਸ਼ਨ ਚੇਂਜ ਕਰਤੀ, ਤਾਂ ਇਹ ਵੀ ਫੋਰਸ ਦਾ ਇਫੈਕਟ ਹੈ। ਥਰਡ ਕੀ ਹੈ ਇਟ ਮੇ ਚੇਂਜ ਦਾ ਸ਼ੇਪ ਐਂਡ ਸਾਈਜ਼ ਆਫ ਏ ਬੋਡੀ। ਕੋਈ ਵੀ ਬੋਡੀ ਦਾ ਸਾਈਜ਼ ਔਰ ਸ਼ੇਪ ਫੋਰਸ ਲਗਾਉਣ ਤੋਂ ਬਾਅਦ ਚੇਂਜ ਹੋ ਜਾਂਦਾ ਹੈ। ਜਿਵੇਂ ਕਿ ਸਕੈਨ ਦਾ ਆਪਾਂ ਇਸ ਕੈਨ ਤੇ ਫੋਰਸ ਲਗਾਈ ਤਾਂ ਇਹਦੀ ਸ਼ੇਪ ਔਰ ਸਾਈਜ਼ ਚੇਂਜ ਹੋ ਗਿਆ, ਇਹ ਵੀ ਫੋਰਸ ਦਾ ਇਫੈਕਟ ਹੈ। ਫੋਰਥ ਕੀ ਹੈ ਇਟ ਮੇ ਪ੍ਰੋਡਿਊਸ ਇੰਟਰਨਲ ਸਟ੍ਰੈਸਸ ਇਨ ਦਾ ਬੋਡੀ। ਇਹ ਕਹਿੰਦੇ ਫੋਰਸ ਕੀ ਆ ਬੋਡੀ ਦੇ ਅੰਦਰ ਸਟ੍ਰੈਸਸ ਵੀ ਪ੍ਰੋਡਿਊਸ ਕਰ ਸਕਦੀ ਹੈ। ਓਕੇ, ਕਰੈਕਟਰਿਸਟਿਕ ਆਫ ਫੋਰਸ। ਫੋਰਸ ਦੇ ਕਰੈਕਟਰਿਸਟਿਕ ਕੀ ਹੈ? ਫੋਰਸ ਦੀ ਪਹਿਚਾਣ ਆਪਾਂ ਕਿਸ ਤਰ੍ਹਾਂ ਕਰਾਂਗੇ ਵੀ ਇਹ ਫੋਰਸ ਹੈ ਜਾਂ ਨਹੀਂ ਹੈ, ਕੀ ਉਸਦੇ ਵਿੱਚ ਕਰੈਕਟਰਿਸਟਿਕ ਹੋਣਗੇ? ਸੋ ਫੋਰਸ ਦੇ 4 ਕਰੈਕਟਰਿਸਟਿਕ ਹੈ। ਸੋ ਸਭ ਤੋਂ ਫਸਟ ਕਰੈਕਟਰ ਹੈ ਮੈਗਨੀਟਿਊਡ। ਦ ਕੁਆਂਟਿਟੀ ਆਫ ਏ ਫੋਰਸ ਇਜ਼ ਕਾਲਡ ਇਟਸ ਮੈਗਨੀਟਿਊਡ। ਜੋ ਵੀ ਫੋਰਸ ਦੀ ਕੁਆਂਟਿਟੀ ਹੈ, ਕਿੰਨੀ ਲੱਗ ਰਹੀ ਹੈ, ਵੈਲਿਊ ਇਨ ਨੰਬਰ ਦੇ ਵਿੱਚ ਹੋਏਗੀ, ਉਸ ਨੂੰ ਆਪਾਂ ਕਹਾਂਗੇ ਮੈਗਨੀਟਿਊਡ। ਇਸ ਨੂੰ ਆਪਾਂ ਫਿਗਰ ਦੇ ਜ਼ਰੀਏ ਐਕਸਪਲੇਨ ਕਰਦੇ ਹਾਂ। ਇਸ ਦੇ ਵਿੱਚ ਕੀ ਇੱਕ ਪਰਸਨ ਇੱਕ ਬੱਸ ਨੂੰ ਪੁਸ਼ ਕਰ ਰਿਹਾ। ਪੁਸ਼ ਦੇ ਵਿੱਚ ਕੀ ਹੈ ਇਸਦੀ ਆਪਾਂ ਫ੍ਰੀ ਬੋਡੀ ਡਾਇਗਰਾਮ ਮਤਲਬ ਕਿ ਇਹਦੇ ਵਿੱਚ ਕਿਹੜੇ ਫੋਰਸਸ ਲੱਗ ਰਹੀਆਂ ਉਹ ਸਾਰੀਆਂ ਸ਼ੋ ਹੋਣਗੀਆਂ, ਉਸਦੇ ਜ਼ਰੀਏ ਐਕਸਪਲੇਨ ਕਰਦੇ ਹਾਂ। ਇਹਦੇ ਵਿੱਚ ਕੀ ਹੈ ਜੋ 100 ਕਿਲੋ ਨਿਊਟਨ ਹੈ ਇਹ ਪਰਸਨ ਵੱਲੋਂ ਫੋਰਸ ਲਗਾਈ ਗਈ ਹੈ। ਸੋ ਇਸਦਾ ਜੋ 100 ਕਿਲੋ ਨਿਊਟਨ ਹੈ 100 ਹੈ ਉਹ ਕੀ ਹੈ ਇਸਦਾ ਮੈਗਨੀਟਿਊਡ, ਫੋਰਸ ਦਾ ਮੈਗਨੀਟਿਊਡ ਹੈ। ਸੋ ਇੱਕ ਕਰੈਕਟਰ ਹੈ ਇਸਦਾ ਫੋਰਸ ਦਾ। ਸੈਕਿੰਡ ਹੈ ਡਾਇਰੈਕਸ਼ਨ। ਇਟ ਇਜ਼ ਡਾਇਰੈਕਸ਼ਨ ਆਫ ਦਾ ਲਾਈਨ ਆਫ ਐਕਸ਼ਨ ਅਲੋਂਗ ਵਿਚ ਫੋਰਸ ਐਕਟ। ਹੁਣ ਦੇਖੋ ਇਹ ਜੋ 100 ਕਿਲੋ ਨਿਊਟਨ ਹੈ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਹੀ ਫੋਰਸ ਲੱਗ ਰਹੀ ਹੈ। ਕਿਸ ਸਾਈਡ ਵੱਲ ਫੋਰਸ ਲੱਗ ਰਹੀ ਹੈ? ਈਸਟ ਸਾਈਡ ਵੱਲ। ਜੇ ਆਪਾਂ ਨਾਰਥ ਈਸਟ ਵੈਸਟ ਸਾਈਡ ਵੱਲ ਦੇਖਾਂਗੇ ਉਸ ਨਾਲ ਕਿੱਧਰ ਹੋਏਗੀ? ਈਸਟ ਸਾਈਡ ਵੱਲ ਇਹ ਫੋਰਸ ਲੱਗ ਰਹੀ ਹੈ। ਸੋ ਈਸਟ ਸਾਈਡ ਵੱਲ ਇਸ ਜੋ 100 ਕਿਲੋ ਨਿਊਟਨ ਹੈ ਇਸ ਦੇ ਅਲੋਂਗ ਜੇ ਆਪਾਂ ਇੱਕ ਸਟ੍ਰੇਟ ਲਾਈਨ ਲਵਾਂਗੇ ਤਾਂ ਜੋ ਸਟ੍ਰੇਟ ਲਾਈਨ ਹੋਏਗੀ ਉਸ ਨੂੰ ਆਪਾਂ ਕਹਾਂਗੇ ਲਾਈਨ ਆਫ ਐਕਸ਼ਨ। ਜੋ ਲਾਈਨ ਆਫ ਐਕਸ਼ਨ ਹੋਏਗੀ ਇਹੀ ਲਾਈਨ ਆਫ ਐਕਸ਼ਨ ਇਸ ਦੀ ਡਾਇਰੈਕਸ਼ਨ ਦੱਸੇਗੀ। ਸੋ ਇਹ ਵੀ ਇੱਕ ਇਸਦਾ ਕਰੈਕਟਰ ਹੈ। ਉਸ ਤੋਂ ਬਾਅਦ ਹੈ ਥਰਡ ਪੁਆਇੰਟ ਆਫ ਐਪਲੀਕੇਸ਼ਨ। ਦ ਪੁਆਇੰਟ ਆਫ ਔਨ ਏ ਬੋਡੀ ਐਟ ਵਿਚ ਫੋਰਸ ਐਕਟ। ਜਿਸ ਪਰਟੀਕੂਲਰ ਪੁਆਇੰਟ ਤੇ ਬੋਡੀ ਐਕਟ ਕਰ ਰਹੀ ਹੈ ਜੋ ਇਸ ਦੇ ਵਿੱਚ ਸ਼ੋ ਕਰ ਰਹੇ ਹਾਂ ਆਪਾਂ ਪੁਆਇੰਟ ਆਫ ਐਪਲੀਕੇਸ਼ਨ, ਉਸ ਨੂੰ ਆਪਾਂ ਕਹਾਂਗੇ ਪੁਆਇੰਟ ਆਫ ਐਪਲੀਕੇਸ਼ਨ। ਫੋਰਥ ਕਰੈਕਟਰ ਹੈ ਸੈਂਸ ਔਰ ਨੇਚਰ ਆਫ ਦਾ ਫੋਰਸ। ਵੈਦਰ ਦਾ ਫੋਰਸ ਇਜ਼ ਏ ਪੁਸ਼ ਔਰ ਏ ਪੁੱਲ ਐਟ ਅ ਪੁਆਇੰਟ ਆਫ ਐਪਲੀਕੇਸ਼ਨ। ਹੁਣ ਪੁਆਇੰਟ ਆਫ ਐਪਲੀਕੇਸ਼ਨ ਤੇ ਜ਼ਿਆਦਾ ਫੋਰਸ ਦੀ ਸੈਂਸ ਹੋਏਗੀ ਪੁਸ਼ ਟਾਈਪ ਜਾਂ ਹੋਗੀ ਪੁੱਲ ਟਾਈਪ, ਦੋਨੋਂ 'ਚ ਇੱਕ ਟਾਈਪ ਹੋਏਗੀ। ਸੋ ਵੀ ਇਹ ਵੀ ਇੱਕ ਕਰੈਕਟਰ ਹੈ ਫੋਰਸ ਦਾ। ਜਿਵੇਂ ਕਿ ਇਸਦੇ ਵਿੱਚ ਕੀ ਹੈ ਪੁਸ਼ ਲੱਗ ਰਿਹਾ, ਆਪਾਂ ਬੱਸ ਨੂੰ ਧੱਕਾ ਲਗਾ ਰਹੇ ਹਾਂ ਤਾਂ ਇਸ ਨੂੰ ਵੀ ਕਹਾਂਗੇ ਆਪਾਂ ਪੁਸ਼ ਟਾਈਪ ਫੋਰਸ।
ਸੋ ਇਹ ਸਾਰੇ ਹੈ ਜੋ ਕਰੈਕਟਰ ਹੈ ਫੋਰਸ ਦੇ, ਇਸ ਦੇ ਜ਼ਰੀਏ ਆਪਾਂ ਫੋਰਸ ਨੂੰ ਐਕਸਪਲੇਨ ਕਰ ਸਕਦੇ ਹਾਂ। ਨੈਕਸਟ ਹੈ ਦਾ ਪ੍ਰਿੰਸੀਪਲ ਆਫ ਟਰਾਂਸਮਿਸਿਬਿਲਿਟੀ। ਇਸ ਦੇ ਵਿੱਚ ਕੀ ਹੈ, ਮੰਨ ਲਓ ਆਪਣੇ ਕੋਲ ਕਿਸੇ ਸਰਫੇਸ ਤੇ ਕੋਈ ਬਲੋਕ ਹੈ, ਇਸ ਬਲੋਕ ਤੇ ਇੱਕ A ਪੁਆਇੰਟ ਤੇ F ਫੋਰਸ ਲੱਗ ਰਹੀ ਹੈ। ਇਸ ਫੋਰਸ F ਨੂੰ ਅਸੀਂ ਇਸ ਬਲੋਕ ਤੇ ਕਿਸੇ ਹੋਰ ਪੁਆਇੰਟ ਤੇ ਅਗਰ ਟਰਾਂਸਮਿਟ ਕਰਨਾ ਹੋਵੇ ਤਾਂ ਆਪਾਂ ਇਸ ਨੂੰ ਕਿਸ ਤਰ੍ਹਾਂ ਟਰਾਂਸਮਿਟ ਕਰ ਸਕਦੇ ਹਾਂ, ਉਹ ਆਪਾਂ ਨੂੰ ਪ੍ਰਿੰਸੀਪਲ ਟਰਾਂਸਮਿਸਿਬਿਲਿਟੀ ਤੋਂ ਪਤਾ ਚੱਲੇਗਾ। ਇਸ ਦੇ ਵਿੱਚ ਕੀ ਹੈ, if we concern only about the external resultant effects on rigid body, we can slide the force along its line of action। ਅਗਰ ਕਹਿੰਦੇ ਆਪਾਂ ਜੋ ਬਲੋਕ ਦੇ ਉੱਪਰ ਜੋ ਫੋਰਸ ਲੱਗ ਰਹੀ ਹੋਵੇਗੀ ਤਾਂ ਆਪਾਂ ਨੂੰ ਇਸ ਦਾ ਜੋ ਐਕਸਟਰਨਲ ਇਫੈਕਟਸ ਹੋਣਗੇ ਇਸ ਫੋਰਸ ਦੇ, ਉਸ ਦੇ ਨਾਲ ਹੀ ਆਪਾਂ ਨੂੰ ਕੰਸਰਨ ਹੈ, ਤਾਂ ਇਸ ਫੋਰਸ ਨੂੰ ਆਪਾਂ ਇਸ ਦੇ ਲਾਈਨ ਆਫ ਐਕਸ਼ਨ ਦੇ ਅਲੋਂਗ ਟਰਾਂਸਮਿਟ ਕਰ ਸਕਦੇ ਹਾਂ। ਇਸ ਡਾਇਗਰਾਮ ਦੇ ਵਿੱਚ ਅਸੀਂ ਜੋ ਗ੍ਰੀਨ ਕਲਰ ਦੇ ਵਿੱਚ ਲਾਈਨ ਸ਼ੋ ਕੀਤੀ ਹੋਈ ਹੈ ਉਹ ਹੈ ਲਾਈਨ ਆਫ ਐਕਸ਼ਨ। ਇਸ ਲਾਈਨ ਆਫ ਐਕਸ਼ਨ ਦੇ ਅਲੋਂਗ ਅਸੀਂ ਕਿਤੇ ਵੀ ਫੋਰਸ ਨੂੰ ਇਸ ਬਲੋਕ ਦੇ ਉੱਪਰ ਟਰਾਂਸਮਿਟ ਕਰ ਸਕਦੇ ਹਾਂ। ਜਿਵੇਂ ਕਿ ਆਪਾਂ ਇਸ ਪੁਆਇੰਟ ਤੇ A ਪੁਆਇੰਟ ਤੇ ਫੋਰਸ ਲੱਗ ਰਹੀ ਸੀ ਤਾਂ ਇਸ ਨੂੰ ਅਸੀਂ ਟਰਾਂਸਮਿਟ ਕਰਕੇ B ਪੁਆਇੰਟ ਤੇ ਲੈ ਕੇ ਜਾ ਸਕਦੇ ਹਾਂ। ਲੇਕਿਨ ਆਪਾਂ ਨੂੰ ਕੰਸਰਨ ਹੋਵੇ ਸਿਰਫ ਐਕਸਟਰਨਲ ਰਿਜ਼ਲਟੈਂਟ ਇਫੈਕਟਸ ਦੇ ਨਾਲ, ਇਸ ਦੇ ਇੰਟਰਨਲ ਸਟ੍ਰੈਸਸ ਦੇ ਨਾਲ, ਇੰਟਰਨਲ ਇਫੈਕਟਸ ਦੇ ਨਾਲ ਆਪਾਂ ਨੂੰ ਕੋਈ ਕੰਸਰਨ ਨਹੀਂ ਹੋਣਾ ਚਾਹੀਦਾ। ਸੋ ਇਹਦੇ ਵਿੱਚ ਡੈਫੀਨੇਸ਼ਨ ਕੀ ਹੈ ਇਹਦੀ, if force may be applied at any point on its given line of action without altering the resultant effects external to the rigid body on which it affects। so externally ਜੋ effects ਹੋਣਗੇ ਉਸ ਦੇ ਨਾਲ ਹੀ ਆਪਾਂ ਨੂੰ ਕੰਸਰਨ ਹੈ, ਤਾਂ ਆਪਾਂ ਇਸ ਨੂੰ ਜੋ ਫੋਰਸ ਨੂੰ ਹੈ ਟਰਾਂਸਮਿਟ ਕਰ ਸਕਦੇ ਹਾਂ। ਜਿਵੇਂ ਕਿ ਆਪਾਂ ਇਸ ਨੂੰ ਦੇਖੋ A ਪੁਆਇੰਟ ਤੇ ਜਦੋਂ ਫੋਰਸ ਲੱਗ ਰਹੀ ਸੀ ਇਹ ਪੁਸ਼ ਟਾਈਪ ਫੋਰਸ ਲੱਗ ਰਹੀ ਸੀ, ਔਰ B ਪੁਆਇੰਟ ਤੇ ਜਦੋਂ ਫੋਰਸ ਲੱਗ ਰਹੀ ਹੈ ਇਹ ਪੁਲ ਟਾਈਪ ਫੋਰਸ ਲੱਗ ਰਹੀ ਹੈ। ਸੋ ਦੋਨੇ ਸੈਂਸ ਤਾਂ ਦੋਨਾਂ ਫੋਰਸਸ ਦੀ ਅਲੱਗ-ਅਲੱਗ ਹੈ, ਲੇਕਿਨ ਦੋਨਾਂ ਫੋਰਸਸ ਦਾ ਜੋ ਐਕਸਟਰਨਲ ਇਫੈਕਟ ਹੋਊਗਾ ਉਹ ਸੇਮ ਹੋਣਾ ਚਾਹੀਦਾ ਹੈ, ਤਾਂ ਆਪਾਂ ਇਸ ਨੂੰ ਫੋਰਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰਾਂਸਮਿਟ ਕਰ ਸਕਦੇ ਹਾਂ। ਨੈਕਸਟ ਆਪਣਾ ਟੌਪਿਕ ਰਿਪ੍ਰੈਜ਼ੈਂਟੇਸ਼ਨ ਆਫ ਫੋਰਸ। ਫੋਰਸ ਨੂੰ ਅਗਰ ਅਸੀਂ ਮੈਥਮੈਟਿਕਲੀ ਡਰਾਇੰਗ ਜੋ ਸੋਲੂਸ਼ਨ ਕਰਨੇ ਆ ਆਪਾਂ, ਤਾਂ ਆਪਾਂ ਇਸ ਨੂੰ ਕਿਸ ਤਰ੍ਹਾਂ ਰਿਪ੍ਰੈਜ਼ੈਂਟ ਕਰ ਸਕਦੇ ਹਾਂ। ਇਸ ਦੇ ਲਈ ਆਪਣੇ ਕੋਲ ਦੋ ਮੈਥਡ ਹੈ ਰਿਪ੍ਰੈਜ਼ੈਂਟ ਕਰਨ ਦੇ। ਫਸਟ ਮੈਥਡ ਹੈ ਵੈਕਟਰ ਰਿਪ੍ਰੈਜ਼ੈਂਟੇਸ਼ਨ। ਵੈਕਟਰ ਰਿਪ੍ਰੈਜ਼ੈਂਟੇਸ਼ਨ ਦੇ ਵਿੱਚ ਕੀ ਹੈ, ਇਨ ਦਿਸ ਮੈਥਡ a force is graphically represented by a straight line drawn parallel to the line of action of force on any suitable scale। ਇਸ ਦੇ ਵਿੱਚ ਕੀ ਹੈ, ਕੋਈ ਵੀ ਫੋਰਸ ਨੂੰ ਅਸੀਂ ਇੱਕ ਸਟ੍ਰੇਟ ਲਾਈਨ ਐਰੋ ਦੇ ਨਾਲ ਡਰਾ ਕਰਕੇ ਸ਼ੋ ਕਰ ਸਕਦੇ ਹਾਂ, ਵੈਕਟਰ ਰਿਪ੍ਰੈਜ਼ੈਂਟੇਸ਼ਨ ਦੇ ਵਿੱਚ ਸ਼ੋ ਕਰ ਸਕਦੇ ਹਾਂ। ਸੋ ਇਸ ਦੇ ਵਿੱਚ ਮੰਨ ਲਓ ਆਪਣੇ ਕੋਲ ਇਹ ਹੈ, ਇਹ ਫੋਰਸ ਆਫ 40 ਨਿਊਟਨ ਡਿਊ ਈਸਟ ਇਜ਼ ਰਿਪ੍ਰੈਜ਼ੈਂਟਡ ਬਾਈ ਐਰੋ ਲਾਈਨ PQ ਵਿਦ ਕਨਵੀਨੀਅੰਟ ਸਕੇਲ। ਮੰਨ ਲਓ ਆਪਣੇ ਕੋਲ ਕੋਈ ਈਸਟ ਸਾਈਡ ਤੇ 40 ਨਿਊਟਨ ਦੀ ਫੋਰਸ ਲੱਗ ਰਹੀ ਹੈ, ਤਾਂ ਆਪਾਂ ਉਸ ਨੂੰ ਕਿਸ ਤਰ੍ਹਾਂ ਰਿਪ੍ਰੈਜ਼ੈਂਟ ਕਰਾਂਗੇ। ਇਸ ਦੇ ਵਿੱਚ ਆਪਾਂ ਮਤਲਬ ਡਰਾ ਕਰੋ ਨਾਰਥ, ਈਸਟ ਸਾਈਡ, ਸਾਊਥ, ਵੈਸਟ। ਆਪਾਂ ਡਾਇਰੈਕਸ਼ਨ ਡਰਾ ਕਰਨ ਤੋਂ ਬਾਅਦ ਜੋ ਈਸਟ ਸਾਈਡ ਵੱਲ ਆਪਾਂ ਇੱਕ ਐਰੋ ਡਰਾ ਕਰਾਂਗੇ, ਉਸਦੇ ਇੱਕ ਸਾਈਡ ਤੇ P ਲਿਖਾਂਗੇ, ਦੂਸਰੀ ਸਾਈਡ ਤੇ Q ਫੋਰਸ ਲਿਖ ਦਾਂਗੇ, ਔਰ ਉਸ ਦੇ ਉੱਪਰ ਲਿਖਾਂਗੇ 40 ਨਿਊਟਨ ਫੋਰਸ। ਸੋ ਇਸ ਨੂੰ ਜਦੋਂ ਫੋਰਸ ਨੂੰ ਅਸੀਂ ਡਰਾ ਕਰਾਂਗੇ ਇਹ ਇੱਕ ਸਕੇਲ ਦੇ ਅੰਦਰ ਹੋਣੀ ਚਾਹੀਦੀ ਹੈ। ਮੰਨ ਲਓ ਆਪਣੇ ਕੋਲ 40 ਨਿਊਟਨ ਦੀ ਫੋਰਸ ਲੱਗ ਰਹੀ ਹੈ ਤਾਂ ਆਪਾਂ ਇਸ ਦਾ ਸਕੇਲ ਲੈ ਸਕਦੇ ਹਾਂ ਕੁਝ ਵੀ। ਮੰਨ ਲਓ 10 ਨਿਊਟਨ ਜੋ ਰਿਪ੍ਰੈਜ਼ੈਂਟ ਕਰੇਗਾ ਉਹ ਰਿਪ੍ਰੈਜ਼ੈਂਟ ਕਰੇਗਾ 1 ਸੈਂਟੀਮੀਟਰ ਜਾਂ 2 ਸੈਂਟੀਮੀਟਰ, ਕੁਝ ਵੀ ਆਪਾਂ ਉਸ ਦੇ ਅਕੋਰਡਿੰਗ ਸਕੇਲ ਲੈ ਸਕਦੇ ਹਾਂ। ਓਕੇ, ਇਹ ਹੈ ਵੈਕਟਰ ਰਿਪ੍ਰੈਜ਼ੈਂਟੇਸ਼ਨ। ਨੈਕਸਟ ਹੈ ਬੋਸ ਨੋਟੇਸ਼ਨ। ਬੋਸ ਨੋਟੇਸ਼ਨ ਦੇ ਅਕੋਰਡਿੰਗ ਵੀ ਆਪਾਂ ਫੋਰਸ ਨੂੰ ਰਿਪ੍ਰੈਜ਼ੈਂਟ ਕਰ ਸਕਦੇ ਹਾਂ। Bose notation is a method of designating a force by writing two capital letters on either side of the line of action of force। ਦੋ ਕੈਪੀਟਲ ਲੈਟਰ ਜੋ ਫੋਰਸ ਦੇ ਲਾਈਨ ਆਫ ਐਕਸ਼ਨ ਦੇ ਦੋਨੋਂ ਸਾਈਡ ਤੇ ਆਪਾਂ ਲਿਖ ਕੇ ਫੋਰਸ ਨੂੰ ਰਿਪ੍ਰੈਜ਼ੈਂਟ ਕਰ ਸਕਦੇ ਹਾਂ। The marking of the capital letters can be done either in clockwise or anti-clockwise direction। ਜੋ ਕੈਪੀਟਲ ਲੈਟਰਸ ਦੀ ਅਸੀਂ ਜੋ ਮਾਰਕਿੰਗ ਕਰਾਂਗੇ ਜਾਂ ਤਾਂ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ ਹੋਵੇਗੀ ਜਾਂ ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ ਹੋਵੇਗੀ। ਇੱਕ ਡਾਇਰੈਕਸ਼ਨ ਲੈ ਕੇ ਆਪਾਂ ਇਸ ਦੀ ਮਾਰਕਿੰਗ ਕਰ ਸਕਦੇ ਹਾਂ। ਜਿਵੇਂ ਕਿ ਇਸ ਫੋਰਸ ਦੇ ਵਿੱਚ ਨਾਰਥ ਸਾਈਡ ਤੇ ਜੋ ਫੋਰਸ ਲੱਗ ਰਹੀ ਹੈ, ਇਸ ਫੋਰਸ ਨੂੰ ਅਗਰ ਅਸੀਂ ਇਸ ਦਾ ਨਾਮ ਕਰਨਾ ਹੋਵੇ ਤਾਂ ਕੀ ਫੋਰਸ ਦਾ ਨਾਮ ਹੋਏਗਾ, ਫੋਰਸ AB ਐਕਟਿੰਗ ਨਾਰਥ ਸਾਈਡ। ਓਕੇ, ਉਸੇ ਤਰ੍ਹਾਂ ਆਪਣੇ ਕੋਲ ਤਿੰਨ ਫੋਰਸਸ ਐਕਟ ਕਰ ਰਹੀਆਂ। ਓਕੇ, ਇਸ ਨੂੰ ਅਸੀਂ ਨੋਮਨਕਲੇਚਰ ਕਰਨਾ ਹੋਵੇ ਤਾਂ ਇਸ ਦਾ ਨੋਮਨਕਲੇਚਰ ਕਿਸ ਤਰ੍ਹਾਂ ਕਰਾਂਗੇ। ਜੋ ਫਸਟ ਫੋਰਸ ਹੈ ਨਾਰਥ ਸਾਈਡ ਵੱਲ ਜੋ ਫੋਰਸ ਲੱਗ ਰਹੀ ਹੈ, ਇਸ ਨੂੰ ਆਪਾਂ ਕਲੋਕਵਾਈਜ਼ ਰੀਡ ਕਰਾਂਗੇ, ਫੋਰਸ AB ਐਕਟਿੰਗ ਨਾਰਥ ਸਾਈਡ। ਓਕੇ, ਫਸਟ ਲੈਟਰ ਆਪਾਂ ਜੋ ਪੜਾਂਗੇ A, ਫਿਰ ਹੈ B, ਇਸ ਤਰ੍ਹਾਂ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ ਆਪਾਂ ਲੈਟਰ ਪੜਾਂਗੇ, ਔਰ ਜੋ ਫਿਰ ਨਾਲ ਬੋਲਾਂਗੇ ਇਸ ਦੀ ਡਾਇਰੈਕਸ਼ਨ ਜੋ ਹੋਏਗੀ ਨਾਰਥ ਸਾਈਡ ਤੇ। ਉਸੇ ਤਰ੍ਹਾਂ ਸੈਕੰਡ ਫੋਰਸ ਜੋ ਲੱਗ ਰਹੀ ਹੈ ਈਸਟ ਸਾਊਥ ਸਾਈਡ ਵੱਲ, ਤਾਂ ਇਸ ਨੂੰ ਆਪਾਂ ਕਿਸ ਤਰ੍ਹਾਂ ਸਟੱਡੀ ਕਰਾਂਗੇ, ਰੀਡ ਕਰਾਂਗੇ। ਇਸ ਨੂੰ ਕਵਾਂਗੇ ਫੋਰਸ ਹੈ BC ਐਕਟਿੰਗ ਅਲੋਂਗ ਈਸਟ ਸਾਊਥ ਸਾਈਡ। ਉਸੇ ਤਰ੍ਹਾਂ ਥਰਡ ਫੋਰਸ ਲੱਗ ਰਹੀ ਹੈ
ਵੈਸਟ ਸਾਊਥ ਸਾਈਡ ਵੱਲ, ਤਾਂ ਇਸ ਨੂੰ ਆਪਾਂ ਕਿਸ ਤਰ੍ਹਾਂ ਨੋਮਨਕਲੇਚਰ ਕਰਾਂਗੇ? ਫੋਰਸ ਸੀ ਏ ਐਕਟਿੰਗ ਅਲੋਂਗ ਵੈਸਟ ਸਾਊਥ ਸਾਈਡ। ਇਸ ਤਰ੍ਹਾਂ ਆਪਾਂ ਫੋਰਸ ਦਾ ਰਿਪਰੈਜ਼ੈਂਟ ਕਰ ਸਕਦੇ ਹਾਂ ਔਰ ਇਸ ਦਾ ਨੋਮਨਕਲੇਚਰ ਕਰ ਸਕਦੇ ਹਾਂ। ਸੋ ਨੈਕਸਟ ਟੌਪਿਕ ਹੈ ਫੋਰਸ ਸਿਸਟਮ। ਸਟੂਡੈਂਟਸ ਆਪਾਂ ਪਹਿਲਾਂ ਫੋਰਸ ਬਾਰੇ ਤਾਂ ਪੜ੍ਹ ਹੀ ਚੁੱਕੇ ਹਾਂ। ਫੋਰਸ ਕੀ ਹੁੰਦਾ ਹੈ? Any effort that can change or tend to change the state of rest or motion of the body, or that can change shape of the body. Okay, but बहुत rarely इस तरह देखा गया एक बॉडी ਤੇ ਇੱਕ ਹੀ ਫੋਰਸ ਲੱਗੇ। ਜਦੋਂ ਤੱਕ ਇੱਕ ਫੋਰਸ ਲੱਗੇ ਤਾਂ ਆਪਾਂ ਉਸ ਨੂੰ ਕਹਿੰਦੇ ਹਾਂ ਸਿੰਗਲ ਫੋਰਸ। ਬਟ ਜੈਸੇ ਹੀ ਇੱਕ ਤੋਂ ਜ਼ਿਆਦਾ ਫੋਰਸ ਲੱਗੇ ਤਾਂ ਉਸ ਨੂੰ ਅਸੀਂ ਸਾਰੇ ਫੋਰਸ ਨੇ ਜਿਹੜੇ ਇਕੱਠੇ ਕਰਕੇ ਇਸ ਨੂੰ ਆਪਾਂ ਕਹਿੰਦੇ ਹਾਂ ਫੋਰਸ ਸਿਸਟਮ। ਸੋ ਫੋਰਸ ਸਿਸਟਮ 'ਚ ਕੀ ਹੋਇਆ? ਗਰੁੱਪ ਆਫ ਫੋਰਸਸ ਐਕਟਿੰਗ ਔਨ ਏ ਬੋਡੀ। ਇਕੱਠੀਆਂ ਜੋ ਫੋਰਸ ਹੈ, ਗਰੁੱਪ ਫੋਰਸ ਦਾ ਜਿਹੜਾ ਇੱਕ ਬੋਡੀ ਤੇ ਐਕਟ ਕਰਨੀ ਹੈ। ਜ਼ਿਆਦਾਤਰ ਬੋਡੀ ਤੇ ਇਕੱਲਾ ਹੀ ਫੋਰਸ ਨਹੀਂ ਲੱਗਿਆ ਹੁੰਦਾ, ਦੇ ਆਰ ਮਲਟੀਪਲ ਫੋਰਸ ਵਰਕਿੰਗ ਟੂਗੈਦਰ। ਸੋ ਜਦੋਂ ਤੱਕ ਇਸ ਸਭ ਫੋਰਸ ਨਾਲ ਅਸੀਂ ਨਾਲ ਲੈ ਕੇ ਚੱਲਦੇ ਹਾਂ ਤਾਂ ਇਸ ਨੂੰ ਆਪਾਂ ਕਹਿੰਦੇ ਹਾਂ ਫੋਰਸ ਸਿਸਟਮ। ਸੋ ਇਸਦੀ ਆਪਾਂ ਡੈਫੀਨੇਸ਼ਨ ਦੇਖ ਲੈਂਦੇ ਕੀ ਹੈ। A force system may be defined as a collection of two or more forces acting on body in single plane or more planes. Okay, ਇੱਕ ਤੋਂ ਜ਼ਿਆਦਾ, ਦੋ ਜਾਂ ਦੋ ਤੋਂ ਜ਼ਿਆਦਾ ਫੋਰਸ ਲੱਗਣਗੀਆਂ, ਉਸ ਨੂੰ ਆਪਾਂ ਕਹਿੰਦੇ ਹਾਂ ਫੋਰਸ ਸਿਸਟਮ। In engineering practice, we face situation where number of forces acting simultaneously. ਆਪਾਂ ਇੰਜੀਨੀਅਰਿੰਗ ਪ੍ਰੈਕਟਿਸ ਦੇ ਵਿੱਚ ਦੇਖਦੇ ਹਾਂ ਆਮ ਤੌਰ ਤੇ ਜੋ ਡੇਲੀ ਲਾਈਫ ਆਪਣੀ ਜੋ ਪ੍ਰੋਬਲਮ ਹੁੰਦੀ ਹੈ ਉਸ ਦੇ ਵਿੱਚ ਕੀ ਹੁੰਦਾ, ਇੱਕ ਤੋਂ ਜ਼ਿਆਦਾ ਫੋਰਸਸ ਸਾਈਮਲਟੇਨੀਅਸਲੀ ਐਕਟ ਕਰ ਰਹੀਆਂ ਹੁੰਦੀਆਂ। ਇਸ ਦੇ ਵਿੱਚ ਆਪਾਂ ਇੱਕ ਡਾਇਗਰਾਮ ਦੇ ਜ਼ਰੀਏ ਦੇਖ ਲੈਂਦੇ ਹਾਂ। ਇਹਦੇ ਵਿੱਚ ਕੀ ਹੈ, ਇੱਕ ਹੁੱਕ ਦੇ ਉੱਤੇ 3 ਰੋਪਸ ਲੱਗੀਆਂ ਹੋਈਆਂ, ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਫੋਰਸ ਲੱਗ ਰਹੀਆਂ ਉਹਨਾਂ ਦੇ। ਸੋ ਇਸ ਨੂੰ ਆਪਾਂ ਜੋ 3 ਫੋਰਸਸ ਨੂੰ ਇਕੱਠੀਆਂ ਕਰਕੇ ਆਪਾਂ ਇਸ ਨੂੰ ਕੀ ਕਹਿ ਸਕਦੇ ਹਾਂ? ਇਹ ਹੈ ਫੋਰਸ ਸਿਸਟਮ। ਸੋ ਨੈਕਸਟ ਹੈ ਕਲਾਸੀਫਿਕੇਸ਼ਨ ਆਫ ਫੋਰਸ ਸਿਸਟਮ। ਫੋਰਸ ਸਿਸਟਮ ਨੂੰ ਅਸੀਂ ਕਿਸ ਤਰ੍ਹਾਂ ਕਲਾਸੀਫਾਈ ਕੀਤਾ ਹੈ? ਸੋ ਫੋਰਸ ਸਿਸਟਮ ਨੂੰ 2 ਤਰ੍ਹਾਂ ਦੇ ਫੋਰਸਸ ਦੇ ਵਿੱਚ ਅਸੀਂ ਕਲਾਸੀਫਾਈ ਕੀਤਾ ਹੋਇਆ। ਇੱਕ ਹੈ ਕੋਪਲੇਨਰ ਫੋਰਸਸ, ਸੈਕਿੰਡ ਹੈ ਨੋਨ ਕੋਪਲੇਨਰ ਫੋਰਸਸ। ਸੋ ਇਸ ਤੋਂ ਆਪਾਂ ਨੂੰ ਕੋਪਲੇਨਰ, ਪਲੇਨਰ ਇਸ ਦੇ ਵਿੱਚ ਵਰਡ ਹੈ ਪਲੇਨਰ, ਇਸ ਦਾ ਕੀ ਮੀਨਿੰਗ ਹੈ? ਜਦੋਂ ਇੱਕ ਹੀ ਸਰਫੇਸ ਤੇ ਫੋਰਸਸ ਲੱਗਣਗੀਆਂ 2D ਦੇ ਵਿੱਚ ਤਾਂ ਉਸ ਨੂੰ ਆਪਾਂ ਕਹਾਂਗੇ ਕੋਪਲੇਨਰ ਫੋਰਸਸ। ਇਸ ਨੂੰ ਆਪਾਂ ਅੱਗੇ ਡਾਇਗਰਾਮ ਦੇ ਜ਼ਰੀਏ ਹੀ ਸਮਝਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਇਸ ਦੇ ਟਾਈਪਸ ਦੇਖ ਲੈਣੇ ਕਿਹੜੀਆਂ। ਕੋਪਲੇਨਰ ਫੋਰਸ ਦੇ ਵਿੱਚ ਕੀ ਆ ਗਿਆ? ਕੰਕਰੈਂਟ ਫੋਰਸ ਔਰ ਨਾਨ ਕੰਕਰੈਂਟ ਫੋਰਸ। ਕੰਕਰੈਂਟ ਦਾ ਮੀਨਿੰਗ ਕੀ ਹੁੰਦਾ? ਜਦੋਂ ਕੋਈ ਫੋਰਸਸ ਇੱਕ ਪੁਆਇੰਟ ਤੇ ਮੈਚ ਕਰਨ ਜਾਂ ਇੱਕ ਪੁਆਇੰਟ ਤੇ ਕੋਇਨਸੀਡੈਂਟ ਕਰਨ। ਕੰਕਰੈਂਟ ਦੇ ਵਿੱਚ ਕਿਹੜੇ ਟਾਈਪਸ ਆ ਗਈਆਂ? ਕੋਲੀਨੀਅਰ, ਨਾਨ ਕੋਲੀਨੀਅਰ। ਨਾਨ ਕੰਕਰੈਂਟ ਦੇ ਵਿੱਚ ਕਿੰਨੀਆਂ ਟਾਈਪਸ ਆ ਗਈਆਂ? ਪੈਰਲਰ, ਨਾਨ ਪੈਰਲਰ। ਓਕੇ, ਨਾਨ ਕੋਪਲੇਨਰ ਫੋਰਸ ਦੇ ਵਿੱਚ ਕਿਹੜੇ ਟਾਈਪਸ ਹੈ? ਕੰਕਰੈਂਟ, ਨਾਨ ਕੰਕਰੈਂਟ। ਨਾਨ ਕੰਕਰੈਂਟ ਦੇ ਕਿੰਨੇ ਟਾਈਪਸ ਹੈ? ਪੈਰਲਰ ਐਂਡ ਨਾਨ ਪੈਰਲਰ। ਸੋ ਨੈਕਸਟ ਹੈ ਕੋਪਲੇਨਰ ਫੋਰਸ ਸਿਸਟਮ। Coplanar force system is one in which all the forces lie in one plane. Coplanar force system ਦੇ ਵਿੱਚ ਕੀ ਹੋਏਗਾ? ਸਾਰੀ ਦੀ ਸਾਰੀ ਫੋਰਸਸ ਹੈ ਜੋ ਇੱਕ ਪਲੇਨ ਦੇ ਅੰਦਰ ਹੀ ਲਾਈ ਕਰਨਗੀਆਂ। ਓਕੇ, ਇਸ ਨੂੰ ਆਪਾਂ ਇਸ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ। ਇਸ ਦੇ ਵਿੱਚ ਕੀ ਹੈ? 3 ਕੋਆਰਡੀਨੇਟ ਹੈ, ਐਕਸ ਕੋਆਰਡੀਨੇਟ, ਵਾਈ ਕੋਆਰਡੀਨੇਟ, ਜ਼ੈਡ ਕੋਆਰਡੀਨੇਟ। ਇਸ ਦੇ ਵਿੱਚ ਅਸੀਂ ਇੱਕ ਕਿਊਬ ਡਰਾ ਕੀਤੀ ਹੋਈ ਹੈ। ਇਸ ਕਿਊਬ ਦੇ 6 ਫੇਸਸ ਹੈ। ਸੋ ਜੀ ਆਪਾਂ ਮੰਨ ਕੇ ਚੱਲਦੇ ਹਾਂ ਜਿੰਨੇ ਇਸਦੇ ਫੇਸਸ ਹੈ ਉਨੇ ਹੀ ਇਸ ਕਿਊਬ ਦੇ ਪਲੇਨ ਹੈ। ਇਹਦੇ ਵਿੱਚ ਕੀ ਹੈ? ਇੱਕ ਪਲੇਨ ਹੈ ਜਿਵੇਂ ਕਿ ABFE, ਇਸ ਨੂੰ ਆਪਾਂ ਇੱਕ ਪਲੇਨ ਮੰਨ ਕੇ ਚੱਲਾਂਗੇ। ਉਵੇਂ BCDA ਇੱਕ ਹੋਰ ਪਲੇਨ ਹੋ ਗਿਆ ਇਸ ਕਿਊਬ ਦਾ। ਉਸੇ ਤਰ੍ਹਾਂ BCGF, ਇਸੇ ਤਰ੍ਹਾਂ ਇੱਕ ਹੋਰ ਪਲੇਨ ਹੋ ਗਿਆ ਇਹ HGFE। ਇਸੇ ਤਰ੍ਹਾਂ ਇਸ ਕਿਊਬ ਦਾ ਇਹ ਅਪਰ ਪਲੇਨ ਹੋ ਗਿਆ। ਇਸੇ ਤਰ੍ਹਾਂ ਕਰਕੇ ਇਸ ਕਿਊਬ ਦੇ 6 ਪਲੇਨ ਹੋਣਗੇ। ਸੋ ਕੋਪਲੇਨਰ ਫੋਰਸ ਸਿਸਟਮ ਦੇ ਵਿੱਚ ਕੀ ਹੋਏਗਾ? ਜੋ ਫੋਰਸ ਹੋਣਗੀਆਂ ਇੱਕ ਪਲੇਨ ਦੇ ਅੰਦਰ ਹੀ ਐਕਟ ਕਰਨੀਆਂ। ਜਿਵੇਂ ਕਿ ਆਪਾਂ ਕੰਸੀਡਰ ਕਰ ਲੈਂਦੇ ਹਾਂ HGFE ਪਲੇਨ ਨੂੰ ਆਪਾਂ ਮੰਨ ਕੇ ਚੱਲਦੇ ਹਾਂ ਇਸ ਐਗਜ਼ਾਮਪਲ ਦੇ ਵਿੱਚ, ਜਿਵੇਂ ਕਿ ਇੱਕ ਫੋਰਸ ਐਕਟ ਕਰ ਰਹੀ ਹੈ। ਓਕੇ, ਉਸ ਤੋਂ ਬਾਅਦ ਇੱਕ ਹੋਰ ਫੋਰਸ ਐਕਟ ਕਰ ਰਹੀ ਹੈ, ਇੱਕ ਹੋਰ। ਇਹ ਜੋ 3 ਫੋਰਸਸ ਹੈ ਇਹ ਇੱਕ ਪਲੇਨ ਦੇ ਅੰਦਰ ਹੀ ਐਕਟ ਕਰ ਰਹੀਆਂ, ਇੱਕ ਪਲੇਨ ਦੇ ਅੰਦਰ ਹੀ ਲਾਈ ਕਰ ਰਹੀਆਂ। ਸੋ ਇਹ ਕਿਹੜਾ ਪਲੇਨ ਹੈ? HGFE। ਸੋ ਇਸ ਸਿਸਟਮ ਨੂੰ ਆਪਾਂ ਕੀ ਕਹਾਂਗੇ? ਕੋਪਲੇਨਰ ਫੋਰਸ ਸਿਸਟਮ। ਸੋ ਨੈਕਸਟ ਹੈ ਦੀ ਐਗਜ਼ਾਮਪਲਸ ਕੋਪਲੇਨਰ, ਕੰਕਰੈਂਟ, ਕੋਲੀਨੀਅਰ ਫੋਰਸ ਸਿਸਟਮ। ਇਸਦਾ ਮਤਲਬ ਕੀ ਹੈ? ਕੋਪਲੇਨਰ ਦਾ ਮੀਨਿੰਗ ਤਾਂ ਆਪਾਂ ਪਹਿਲਾਂ ਸਮਝ ਹੀ ਚੁੱਕੇ ਹਾਂ,
ਜਿਵੇਂ ਕਿ ਇੱਕ ਪਲੇਨ ਦੇ ਅੰਦਰ ਹੀ ਫੋਰਸਸ ਲਾਈ ਕਰਨਗੀਆਂ। ਕੰਕੂਰੈਂਟ ਦਾ ਮਤਲਬ ਕੀ ਹੈ, ਜੋ ਫੋਰਸਸ ਹੋਣਗੀਆਂ ਇੱਕ ਪੁਆਇੰਟ ਤੇ ਇੰਟਰਸੈਕਟ ਕਰਨਗੀਆਂ, ਇੱਕ ਪੁਆਇੰਟ ਤੇ ਮੀਟ ਕਰਨਗੀਆਂ, ਠੀਕ ਹੈ। ਕੋਲੀਨੀਅਰ ਦਾ ਮਤਲਬ ਕੀ ਹੈ, ਜੋ ਫੋਰਸਸ ਹੋਣਗੀਆਂ ਉਹਨਾਂ ਦਾ ਲਾਈਨ ਆਫ ਐਕਸ਼ਨ ਕੀ ਹੋਵੇਗਾ, ਇੱਕ ਹੀ ਹੋਵੇਗਾ, ਇੱਕ ਲਾਈਨ ਦੇ ਅਲੋਂਗ ਹੀ ਉਹ ਐਕਟ ਕਰਨੀਆਂ ਹੋਣਗੀਆਂ। ਸੋ ਇਸ ਦੇ ਤਿੰਨ ਕੰਡੀਸ਼ਨ ਹੈ। ਸੋ ਨੰਬਰ 1 ਪੁਆਇੰਟ ਹੈ ਲਾਈ ਇਨ वन प्लेन, सेम प्लेन ਦੇ ਅੰਦਰ ਫੋਰਸ ਲਾਈ ਕਰਨੀ ਹੈ। ਸੈਕਿੰਡ ਹੈ ਮੀਟ ਐਟ ਕਾਮਨ ਪੁਆਇੰਟ, ਇੱਕ ਪੁਆਇੰਟ ਤੇ ਇੰਟਰਸੈਕਟ ਕਰਨੀ ਹੈ। ਥਰਡ ਹੈ ਹੈਵ ਏ ਕਾਮਨ ਲਾਈਨ ਆਫ ਐਕਸ਼ਨ, ਇੱਕ ਹੀ ਲਾਈਨ ਦੇ ਅਲੋਂਗ ਐਕਟ ਕਰਨੀ ਹੈ। ਸੋ ਇਸ ਦੇ ਵਿੱਚ ਆਪਾਂ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ। ਆਪਣੇ ਕੋਲ ਪਲੇਨ ਹੈ HGFE, ਇਸ ਦੇ ਅੰਦਰ ਦੋ ਫੋਰਸਸ ਐਕਟ ਕਰ ਰਹੀਆਂ, P1 ਫੋਰਸ, P2 ਫੋਰਸ, ਠੀਕ ਹੈ। ਇਹ ਦੋਨੋਂ ਫੋਰਸ ਇੱਕ ਪਲੇਨ ਦੇ ਵਿੱਚ ਐਕਟ ਕਰ ਰਹੀਆਂ। ਸੋ ਇਸ ਦੇ ਨਾਲ ਆਪਣੀ ਕੰਡੀਸ਼ਨ ਜੋ ਫਸਟ ਹੈ ਸੈਟੀਸਫਾਈ ਹੋ ਗਈ। ਉਸ ਤੋਂ ਬਾਅਦ ਸੈਕਿੰਡ ਕੰਡੀਸ਼ਨ ਕੀ ਹੈ, ਮੀਟ ਐਟ ਕਾਮਨ ਪੁਆਇੰਟ। ਇਹ ਜੋ P1 ਅਤੇ P2 ਫੋਰਸ ਹੈ ਇਹ ਇੰਟਰਸੈਕਟ ਕਰ ਰਹੀਆਂ ਇੱਕ ਪੁਆਇੰਟ ਤੇ, ਉਹ ਪੁਆਇੰਟ ਤੇ। ਸੋ ਇਸ ਦੇ ਨਾਲ ਹੀ ਆਪਣੀ ਸੈਕਿੰਡ ਕੰਡੀਸ਼ਨ ਵੀ ਸੈਟੀਸਫਾਈ ਹੋ ਗਈ। ਥਰਡ ਕੰਡੀਸ਼ਨ ਹੈ ਹੈਵ ਏ ਕਾਮਨ ਲਾਈਨ ਆਫ ਐਕਸ਼ਨ, ਇੱਕ ਲਾਈਨ ਦੇ ਅਲੋਂਗ ਹੀ ਐਕਟ ਕਰਨੀ ਹੈ। P1 ਤੇ P2 ਦਾ ਇੱਕ ਕਾਮਨ ਲਾਈਨ ਆਫ ਐਕਸ਼ਨ ਹੀ ਹੈ, ਇੱਕ ਲਾਈਨ ਦੇ ਅਲੋਂਗ ਹੀ ਇਹ ਐਕਟ ਕਰ ਰਹੀ ਹੈ। ਸੋ ਇਸ ਨੂੰ ਆਪਾਂ ਕਹਿ ਸਕਦੇ ਹਾਂ P1 P2 ਜੋ ਸਿਸਟਮ ਬਣਾ ਰਿਹਾ ਫੋਰਸ, ਉਹ ਹੈ ਕੋਪਲੇਨਰ ਕੰਕੂਰੈਂਟ ਕਲੀਨੀਅਰ ਫੋਰਸ ਸਿਸਟਮ। ਨੈਕਸਟ ਹੈ ਕੋਪਲੇਨਰ ਕੰਕੂਰੈਂਟ ਨਾਨ ਕਲੀਨੀਅਰ ਫੋਰਸ ਸਿਸਟਮ। ਕੋਪਲੇਨਰ ਦਾ ਮਤਲਬ ਇੱਕ ਪਲੇਨ ਦੇ ਅੰਦਰ ਲਾਈ ਕਰਨਗੀਆਂ, ਕੰਕੂਰੈਂਟ ਦਾ ਮਤਲਬ ਇੱਕ ਪੁਆਇੰਟ ਤੇ ਇੰਟਰਸੈਕਟ ਕਰਨਗੀਆਂ। ਨਾਨ ਕਲੀਨੀਅਰ ਦਾ ਮਤਲਬ ਕਿ ਇਹ ਇੱਕ ਲਾਈਨ ਦੇ ਅਲੋਂਗ ਜੋ ਹੈ ਨਹੀਂ ਹੋਣਗੀਆਂ, ਇਹ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਹੋਣਗੀਆਂ। ਸੋ ਇਹਦੇ ਲਈ ਤਿੰਨ ਕੰਡੀਸ਼ਨ ਹੈ, lie in same plane, second है intersect at common point, third है not all parallel to each other, that is having different direction। ਸਾਰੀ ਫੋਰਸਸ ਦੀ ਜੋ ਹੈ ਅਲੱਗ-ਅਲੱਗ ਡਾਇਰੈਕਸ਼ਨ ਹੋਏਗੀ, ਕੋਈ ਵੀ ਫੋਰਸ ਆਪਸ ਦੇ ਵਿੱਚ ਪੈਰਲਲ ਨਹੀਂ ਹੋਏਗੀ। ਇਸ ਨੂੰ ਆਪਾਂ ਇੱਕ ਐਗਜ਼ਾਮਪਲ ਤੋਂ ਸਮਝਦੇ ਹਾਂ। ਇਸ ਪਲੇਨ ਆਪਣੇ ਕੋਲ ਜੋ ਹੈ HGFE, ਇਸ ਦੇ ਵਿੱਚ ਤਿੰਨ ਫੋਰਸਸ ਐਕਟ ਕਰ ਰਹੀਆਂ, P1 P2 P3। ਇਹ ਤਿੰਨ ਫੋਰਸਸ ਇੱਕ ਪਲੇਨ ਦੇ ਅੰਦਰ ਹੀ ਐਕਟ ਕਰ ਰਹੀਆਂ। ਸੋ ਇਸ ਦਾ ਨੰਬਰ 1 ਜੋ ਕੰਡੀਸ਼ਨ ਹੈ ਸੈਟੀਸਫਾਈ ਹੋ ਗਈ। ਸੈਕਿੰਡ ਹੈ ਇੰਟਰਸੈਕਟ ਐਟ ਕਾਮਨ ਪੁਆਇੰਟ, ਇਹ ਤਿੰਨ ਫੋਰਸਸ ਹੈ ਜੋ ਉਹ ਪੁਆਇੰਟ ਤੇ ਇੰਟਰਸੈਕਟ ਕਰ ਰਹੀਆਂ। ਸੋ ਇਸ ਦੇ ਨਾਲ ਆਪਣੀ ਸੈਕਿੰਡ ਕੰਡੀਸ਼ਨ ਸੈਟੀਸਫਾਈ ਹੋ ਗਈ। ਥਰਡ ਕੰਡੀਸ਼ਨ ਕੀ ਹੈ, ਨੋਟ ਆਲ ਪੈਰਲਲ ਟੂ ਈਚ ਅਦਰ, ਇਹਨਾਂ ਵਿੱਚ ਕੋਈ ਵੀ ਫੋਰਸ ਇੱਕ ਦੂਜੇ ਦੇ ਪੈਰਲਲ ਨਹੀਂ ਹੈ, ਇਹ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹੈ। ਤਾਂ ਇਸ ਨੂੰ ਆਪਾਂ ਕਹਿ ਸਕਦੇ ਹਾਂ ਕੋਪਲੇਨਰ ਕੰਕੂਰੈਂਟ ਨਾਨ ਕਲੀਨੀਅਰ ਫੋਰਸ ਸਿਸਟਮ। ਉਸ ਤੋਂ ਬਾਅਦ ਹੈ ਕੋਪਲੇਨਰ ਨਾਨ ਕੰਕੂਰੈਂਟ ਪੈਰਲਲ ਫੋਰਸ ਸਿਸਟਮ। ਇਹਦੇ ਵਿੱਚ ਕੀ ਹੈ, ਜੋ ਫੋਰਸਸ ਹੈ ਇੱਕ ਪਲੇਨ ਦੇ ਅੰਦਰ ਲਾਈ ਕਰਨਗੀਆਂ। ਸੈਕਿੰਡ ਕੀ ਹੈ, ਸ਼ੁੱਡ ਬੀ ਇਨ ਪੈਰਲਲ ਟੂ ਈਚ ਅਦਰ, ਇਸ ਫੋਰਸਸ ਹੋਣਗੀਆਂ ਇੱਕ ਦੂਜੇ ਦੇ ਪੈਰਲਲ ਹੋਣੇ ਬਹੁਤ ਜ਼ਰੂਰੀ ਹੈ। ਓਕੇ, ਠੀਕ ਹੈ। ਥਰਡ ਹੈ ਡੂ ਨੋਟ ਇੰਟਰਸੈਕਟ ਐਟ ਕਾਮਨ ਪੁਆਇੰਟ, ਇਹ ਫੋਰਸਸ ਹੈ ਜੋ ਇੱਕ ਪੁਆਇੰਟ ਤੇ ਇੰਟਰਸੈਕਟ ਨਹੀਂ ਕਰਨਗੀਆਂ। ਇਸ ਨੂੰ ਆਪਾਂ ਐਗਜ਼ਾਮਪਲ ਥਰੂ ਦੇਖਦੇ ਹਾਂ। ਜਿਵੇਂ ਪਲੇਨ ਆਪਣੇ ਕੋਲ HGFE, ਇਸ ਦੇ ਵਿੱਚ ਪਲੇਨ ਦੇ ਵਿੱਚ P1 P2 P3 ਫੋਰਸ ਐਕਟ ਕਰ ਰਹੀਆਂ। ਸੋ ਇਹ ਤਿੰਨੇ ਫੋਰਸ ਇੱਕ ਪਲੇਨ ਦੇ ਅੰਦਰ ਲਾਈ ਕਰ ਰਹੀਆਂ। ਓਕੇ, ਜੋ P1 P2 P3 ਫੋਰਸ ਹੈ ਇੱਕ ਦੂਸਰੇ ਦੇ ਪੈਰਲਲ ਹੈ, ਯਾਨੀ ਕਿ ਇਹ ਇੰਟਰਸੈਕਟ ਕਰਨੀ ਹੈ ਇਨਫਿਨਿਟੀ ਤੇ ਜਾ ਕੇ, ਯਾਨੀ ਕਿ ਇੰਟਰਸੈਕਟ ਕਿਤੇ ਵੀ ਜਾ ਕੇ ਕਦੇ ਵੀ ਨਹੀਂ ਕਰਨਗੀਆਂ। ਸੋ ਇਸ ਦੇ ਨਾਲ ਆਪਣੀ ਤਿੰਨੇ ਕੰਡੀਸ਼ਨ ਜੋ ਹੈ ਸੈਟੀਸਫਾਈ ਹੋ ਗਈਆਂ। ਇਸ ਲਈ ਆਪਾਂ ਜੋ ਇਹ ਸਿਸਟਮ ਹੈ P1 P2 P3 ਫੋਰਸਸ ਬਣਾ ਰਹੀਆਂ, ਇਸ ਨੂੰ ਆਪਾਂ ਕਹਿ ਸਕਦੇ ਹਾਂ ਕੋਪਲੇਨਰ ਨਾਨ ਕੰਕੂਰੈਂਟ ਪੈਰਲਲ ਫੋਰਸ ਸਿਸਟਮ। ਉਸ ਤੋਂ ਬਾਅਦ ਹੈ ਕੋਪਲੇਨਰ ਨਾਨ ਕੰਕੂਰੈਂਟ ਨਾਨ ਪੈਰਲਲ ਫੋਰਸ ਸਿਸਟਮ। ਇਸ ਦੇ ਵਿੱਚ ਕੀ ਹੈ, ਜੋ ਫੋਰਸਸ ਹੈ ਇੱਕ ਪਲੇਨ ਦੇ ਅੰਦਰ ਤਾਂ ਲਾਈ ਕਰਨਗੀਆਂ, ਲੇਕਿਨ ਉਹ ਨਾ ਤਾਂ ਇੱਕ ਪੁਆਇੰਟ ਤੇ ਕਿਤੇ ਇੰਟਰਸੈਕਟ ਕਰਨਗੀਆਂ, ਨਾ ਹੀ ਆਪਸ ਦੇ ਵਿੱਚ ਪੈਰਲਲ ਹੋਣਗੀਆਂ। ਠੀਕ ਹੈ, all forces are neither parallel to each other nor intersect at common point। ਇਸ ਦੇ ਵਿੱਚ ਆਪਾਂ ਦੇਖਦੇ ਹਾਂ ਇੱਕ ਪਲੇਨ ਹੈ HGFE, P1 P2 P3 ਫੋਰਸਸ ਇਸ ਪਲੇਨ ਦੇ ਅੰਦਰ ਐਕਟ ਕਰ ਰਹੀਆਂ, ਲੇਕਿਨ ਇਹ ਤਿੰਨੇ ਫੋਰਸ ਨਾ ਤਾਂ ਕਿਸੇ ਪੁਆਇੰਟ ਤੇ ਇੰਟਰਸੈਕਟ ਕਰਨਗੀਆਂ ਔਰ ਨਾ ਹੀ ਇਹ ਫੋਰਸ ਆਪਸ ਦੇ ਵਿੱਚ ਪੈਰਲਲ ਫੋਰਸ। ਸੋ ਇਹ ਸਿਸਟਮ ਜੋ P1 P2 P3 ਬਣਾ ਰਹੀ ਹੈ, ਇਸ ਨੂੰ ਆਪਾਂ ਕਹਿ ਸਕਦੇ ਹਾਂ ਕੋਪਲੇਨਰ ਨਾਨ ਕੰਕੂਰੈਂਟ ਨਾਨ ਪੈਰਲਲ ਫੋਰਸ ਸਿਸਟਮ। ਇਸ ਤੋਂ ਬਾਅਦ ਆਪਣਾ ਨੋਨ ਕੋਪਲੇਨਰ ਫੋਰਸ ਸਿਸਟਮ। ਕੋਈ ਵੀ ਫੋਰਸ ਜੋ ਹੋਗੀ ਨੋਨ ਕੋਪਲੇਨਰ ਦੇ ਵਿੱਚ ਇੱਕ ਪਲੇਨ ਦੇ ਵਿੱਚ ਲਾਈ ਨਹੀਂ ਕਰਨੀਆਂ। ਦ ਨੋਨ ਕੋਪਲੇਨਰ ਫੋਰਸ ਸਿਸਟਮ ਇਨ ਵਿਚ ਆਲ ਦੀ ਫੋਰਸਸ ਨੋਟ ਲਾਈ ਇਨ ਸੇਮ ਪਲੇਨ। ਇਹਦੇ ਵਿੱਚ ਦੇਖੋ ਆਪਾਂ ਜਿਵੇਂ ਕਿ ਦੋ ਪਲੇਨ ਹੈ HGFE, ਇਸ ਦੇ ਵਿੱਚ P1 ਫੋਰਸ ਐਕਟ ਕਰ ਰਹੀ ਹੈ, ਸੈਕਿੰਡ ਪਲੇਨ ਹੈ ABCD,
ਇਸ ਦੇ ਵਿੱਚ ਇੱਕ ਫੋਰਸ P2 ਐਕਟ ਕਰ ਰਹੀ ਹੈ। ਇਹ ਦੋ ਫੋਰਸ ਅਲੱਗ-ਅਲੱਗ ਪਲੇਨ ਦੇ ਵਿੱਚ ਐਕਟ ਕਰ ਰਹੀਆਂ, ਇਸ ਲਈ ਇਸ ਨੂੰ ਕਹਿ ਦਿੰਦੇ ਹਾਂ ਨੋਨ ਕੋਪਲੇਨਰ ਫੋਰਸ ਸਿਸਟਮ। ਇਸ ਤੋਂ ਬਾਅਦ ਹੈ ਨੋਨ ਕੋਪਲੇਨਰ ਕੰਕਰੈਂਟ ਫੋਰਸ ਸਿਸਟਮ। In this system, in which all the forces not lie in same plane but must intersect at same point. ਇਸ ਦਾ ਕੀ ਮੀਨਿੰਗ ਹੈ, ਜੋ ਫੋਰਸਸ ਹੋਣਗੀਆਂ ਇੱਕ ਪਲੇਨ ਦੇ ਅੰਦਰ ਤਾਂ ਨਹੀਂ ਹੋਣਗੀਆਂ ਬਟ ਇੱਕ ਪੁਆਇੰਟ ਤੇ ਇਹ ਇੰਟਰਸੈਕਟ ਜ਼ਰੂਰ ਕਰਨਗੀਆਂ। ਇਸ ਨੂੰ ਆਪਾਂ ਐਗਜ਼ਾਮਪਲ ਥਰੂ ਦੇਖਦੇ ਹਾਂ, ਜਿਵੇਂ ਕਿ P1 ਫੋਰਸ ਹੈ ਜੋ HGFE ਫੋਰਸ ਦੇ ਵਿੱਚ ਹੈ, ਪਲੇਨ ਦੇ ਵਿੱਚ ਹੈ। ਜੋ P2 ਫੋਰਸ ਹੈ ਉਹ ਹੈ FGCB। P2 फोर्स है इस प्लेन के अंदर। जो P3 फोर्स है वो है ABFE, वो इस प्लेन के अंदर है। सो ये तीन फोर्सेस अलग अलग तीन प्लेन के अंदर है, इसलिए इन्हों कह रहे हैं नॉन कोप्लेनर। बट ये फोर्सेस एक पॉइंट से इंटरसेक्ट कर रही हैं, इसलिए इसमें आप कह सकते हैं कॉन्करेंट फोर्स सिस्टम। एक पॉइंट से F पॉइंट से इंटरसेक्ट कर रही हैं, इसलिए P1 P2 P3 आपस ਦੇ ਵਿੱਚ नॉन कोप्लेनर कॉन्करेंट फोर्स सिस्टम बना रही हैं। ਇਸ ਤੋਂ ਬਾਅਦ ਹੈ ਨੋਨ ਕੋਪਲੇਨਰ ਨੋਨ ਕੰਕਰੈਂਟ ਪੈਰਲਲ ਫੋਰਸ ਸਿਸਟਮ। ਇਸ ਦੇ ਵਿੱਚ ਕੀ ਹੈ, ਫਸਟ ਪੁਆਇੰਟ ਡੂ ਨੋਟ ਲਾਈ ਇਨ ਸੇਮ ਪਲੇਨ। ਫੋਰਸਸ ਨੋਨ ਕੋਪਲੇਨਰ ਹੈ ਤਾਂ ਇੱਕ ਪਲੇਨ ਦੇ ਅੰਦਰ ਲਾਈ ਨਹੀਂ ਕਰਨਗੀਆਂ, ਇਹ ਤਾਂ ਓਬਵੀਅਸ ਹੀ ਹੈ। ਸੈਕੰਡ ਹੈ ਡੂ ਨੋਟ ਇੰਟਰਸੈਕਟ ਐਟ ਕਾਮਨ ਪੁਆਇੰਟ, ਇੱਕ ਪੁਆਇੰਟ ਤੇ ਇੰਟਰਸੈਕਟ ਵੀ ਨਹੀਂ ਕਰਨਗੀਆਂ ਕਿਉਂਕਿ ਨੋਨ ਕੰਕਰੈਂਟ ਹੈ। ਥਰਡ ਹੈ ਸ਼ੁੱਡ ਬੀ ਪੈਰਲਲ ਟੂ ਈਚ ਅਦਰ, ਇਹ ਫੋਰਸਸ ਜੋ ਹੈ ਇਹ ਆਪਸ ਦੇ ਵਿੱਚ ਪੈਰਲਲ ਹੋਣੀਆਂ ਜ਼ਰੂਰੀ ਹੈ। ਜਿਵੇਂ ਕਿ ਆਪਾਂ ਇਸ ਨੂੰ ਐਗਜ਼ਾਮਪਲ ਦੇ ਥਰੂ ਦੇਖਦੇ ਹਾਂ, ਉੱਪਰਲਾ ਪਲੇਨ ਹੈ HGFE, ਦੋ ਫੋਰਸਸ ਐਕਟ ਕਰ ਰਹੀਆਂ ਇਸ ਦੇ ਵਿੱਚ। ਇਸ ਸੈਕਿੰਡ ਪਲੇਨ ਦੇਖਦੇ ਹਾਂ ABCD, ਇਸ ਦੇ ਵਿੱਚ ਦੋ ਫੋਰਸਸ ਹੋਰ ਐਕਟ ਕਰ ਰਹੀਆਂ। ਜੋ ਟੌਪ ਪਲੇਨ ਹੈ ਉਸ ਦੇ ਵਿੱਚ ਜੋ ਦੋ ਫੋਰਸਸ ਹੈ ਉਹ ਬੋਟਮ ਪਲੇਨ ਦੇ ਫੋਰਸਸ ਦੇ ਨਾਲ ਆਪਸ ਵਿੱਚ ਪੈਰਲਲ ਹੈ, ਪੈਰਲਲ ਆਪਾਂ ਨੂੰ ਸ਼ੋ ਹੋ ਰਹੀ ਹੈ। ਤੇ ਇਹ ਜੋ ਪੈਰਲਲ ਫੋਰਸਸ ਹੈ ਨਾ ਤਾਂ ਇੱਕ ਪੁਆਇੰਟ ਤੇ ਲਾਈ ਕਰਨਗੀਆਂ ਤੇ ਨਾ ਹੀ ਇੱਕ ਪਲੇਨ ਦੇ ਅੰਦਰ ਹੈ, ਦੋ ਅਲੱਗ-ਅਲੱਗ ਪਲੇਨ ਦੇ ਅੰਦਰ ਇਹ ਫੋਰਸਸ ਹੈ। ਸੋ ਇਸ ਸਿਸਟਮ ਨੂੰ ਆਪਾਂ ਕਹਿ ਸਕਦੇ ਹਾਂ ਨੋਨ ਕੋਪਲੇਨਰ ਨੋਨ ਕੰਕਰੈਂਟ ਪੈਰਲਲ ਫੋਰਸ ਸਿਸਟਮ। ਨੈਕਸਟ ਟੌਪਿਕ ਹੈ ਨੋਨ ਕੋਪਲੇਨਰ ਨੋਨ ਕੰਕਰੈਂਟ ਨੋਨ ਪੈਰਲਲ ਫੋਰਸ ਸਿਸਟਮ। ਇਹਦੇ ਵਿੱਚ ਕੀ ਹੈ, ਨੋਨ ਕੋਪਲੇਨਰ ਦਾ ਮੀਨਿੰਗ ਆਪਾਂ ਨੂੰ ਪਤਾ ਹੈ ਇੱਕ ਪਲੇਨ ਦੇ ਅੰਦਰ ਲਾਈ ਨਹੀਂ ਕਰਨਗੀਆਂ, ਡੂ ਨੋਟ ਲਾਈ ਇਨ ਸੇਮ ਪਲੇਨ। ਸੋ ਨੋਨ ਕੰਕਰੈਂਟ ਦਾ ਮੀਨਿੰਗ ਕੀ ਹੈ, ਡੂ ਨੋਟ ਇੰਟਰਸੈਕਟ ਐਟ ਕਾਮਨ ਪੁਆਇੰਟ, ਇੱਕ ਪੁਆਇੰਟ ਤੇ ਇੰਟਰਸੈਕਟ ਜਾਂ ਮੀਟ ਨਹੀਂ ਕਰਨਗੀਆਂ। थर्ड कंडीशन की है डू नॉट पैरेलल टू ईच अदर, एक ये आपस ਵਿੱਚ ਜੋ ਫੋਰਸਸ ਹੋਣਗੀਆਂ ਪੈਰਲਲ ਨਹੀਂ ਹੋਣਗੀਆਂ। ਸੋ ਇਸ ਨੂੰ ਇਸ ਦੇ ਐਗਜ਼ਾਮਪਲ ਦੇ ਥਰੂ ਦੇਖਦੇ ਹਾਂ ਆਪਾਂ। ਜੋ ਟੌਪ ਪਲੇਨ ਹੈ HGFE, ਇਸ ਦੇ ਵਿੱਚ ਇੱਕ ਫੋਰਸ ਐਕਟ ਕਰ ਰਹੀ ਹੈ। ਇਸ ਤੋਂ ਬਾਅਦ ਇੱਕ ਹੋਰ ਪਲੇਨ ਹੈ FGCB, ਇਹਦੇ ਵਿੱਚ ਇੱਕ ਫੋਰਸ ਐਕਟ ਕਰ ਰਹੀ ਹੈ। ਉਸ ਤੋਂ ਬਾਅਦ ਇੱਕ ਹੋਰ ਪਲੇਨ ABCD, ਇਹਦੇ ਵਿੱਚ ਇੱਕ ਹੋਰ ਫੋਰਸ ਐਕਟ ਕਰ ਰਹੀ ਹੈ। ਇਹ ਜੋ ਤਿੰਨ ਫੋਰਸਸ ਹੈ ਇਹ ਅਲੱਗ-ਅਲੱਗ ਪਲੇਨ ਦੇ ਵਿੱਚ ਐਕਟ ਕਰ ਰਹੀਆਂ। ਇਸ ਦੇ ਨਾਲ ਆਪਣੀ ਜੋ ਫਸਟ ਕੰਡੀਸ਼ਨ ਹੈ ਸੈਟੀਸਫਾਈ ਹੋ ਗਈ। ਇਹ ਜੋ ਤਿੰਨ ਫੋਰਸਸ ਹੈ ਕਿਸੇ ਵੀ ਇੱਕ ਪੁਆਇੰਟ ਤੇ ਇੰਟਰਸੈਕਟ ਨਹੀਂ ਕਰਨਗੀਆਂ, ਸੋ ਇਸ ਦੇ ਨਾਲ ਆਪਣੀ ਸੈਕੰਡ ਕੰਡੀਸ਼ਨ ਵੀ ਸੈਟੀਸਫਾਈ ਹੋ ਗਈ। ਸੋ ਲਾਸਟ ਪੁਆਇੰਟ ਕੀ ਹੈ, ਡੂ ਨੋਟ ਪੈਰਲਲ ਟੂ ਈਚ ਅਦਰ, ਇਹ ਫੋਰਸਸ ਜੋ ਹੈ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਹੈ, ਆਪਸ ਦੇ ਵਿੱਚ ਪੈਰਲਲ ਨਹੀਂ ਹੈਗੀਆਂ। ਸੋ ਇਸ ਦੇ ਨਾਲ ਆਪਣੀ ਤਿੰਨੋਂ ਕੰਡੀਸ਼ਨ ਸੈਟੀਸਫਾਈ ਹੋ ਗਈਆਂ। ਸੋ ਇਸ ਦੇ ਨਾਲ ਆਪਾਂ ਜੋ ਤਿੰਨ ਫੋਰਸਸ ਹੈ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਇਹ ਫੋਰਸ ਸਿਸਟਮ ਬਣਾ ਰਹੀ ਹੈ ਜੋ ਹੈ ਨੋਨ ਕੋਪਲੇਨਰ ਨੋਨ ਕੰਕਰੈਂਟ ਨੋਨ ਪੈਰਲਲ ਫੋਰਸ ਸਿਸਟਮ। ਸੋ ਸਟੂਡੈਂਟਸ ਇਸ ਦੇ ਨਾਲ ਹੀ ਆਪਣਾ ਚੈਪਟਰ 2 ਦਾ ਪਾਰਟ 1 ਕਵਰ ਹੋ ਗਿਆ ਹੈ। ਅਗਰ ਤੁਹਾਨੂੰ ਕੋਈ ਡਾਊਟ ਜਾਂ ਕੁਐਰੀ ਹੈ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰਕੇ ਪੁੱਛ ਸਕਦੇ ਹੋ ਜਾਂ ਇਸ ਵੀਡੀਓ ਤੇ ਕਮੈਂਟ ਕਰਕੇ ਪੁੱਛ ਸਕਦੇ ਹੋ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ।